मैं मलबा फटाफट न्यूज़ चैनल तो रजनीश करके ਅੱਜ ਅਸੀਂ ਆਪਣੇ ਚੈਨਲ ਤੇ ਨਵਾਂ ਪ੍ਰੋਗਰਾਮ ਲੈ ਕੇ ਆਏ ਹਾਂ ਪੱਖ ਦੇ ਮਸਲੇ, ਜਿਸ ਦੇ ਵਿੱਚ ਸਾਨੂੰ ਹਰ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਸ਼ਖਸੀਅਤਾਂ ਨਾਲ ਤੇ ਪੰਜਾਬ ਦੇ ਵਿੱਚ ਫੈਲੇ ਵੱਖ-ਵੱਖ ਮੁੱਦਿਆਂ ਦੇ ਉੱਪਰ ਪਰ ਚਰਚਾ ਕਰਿਆ ਕਰਾਂਗੇ। ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਕਰੋਨਾ ਵਾਇਰਸ। ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀਆਂ ਅਫਵਾਹਾਂ ਫੈਲੀਆਂ ਹਨ ਤੇ ਬਿਮਾਰੀ ਸੰਬੰਧੀ ਹੋਰ ਜਾਣਕਾਰੀਆਂ ਨਾਲ ਸੰਬੰਧਿਤ ਅਸੀਂ ਅੱਜ ਸਾਡੇ ਨਾਲ ਸਟੂਡੀਓ 'ਚ ਸ਼ਾਮਲ ਹੋਏ ਡਾਕਟਰ ਗੁਰਵਿੰਦਰ ਸਿੰਘ ਮਾਨ, ਜਿਨ੍ਹਾਂ ਨਾਲ ਅਸੀਂ ਸਵਾਲ ਜਵਾਬ ਕਰਾਂਗੇ ਵੀ ਇਹ ਬਿਮਾਰੀ ਹੈ ਕੀ ਹੈ ਤੇ ਜਿਹੜੀਆਂ ਅਫਵਾਹਾਂ ਫੈਲੀਆਂ ਨੇ ਇਹਦੇ 'ਚ ਕਿੰਨੀ ਕੁ ਸੱਚਾਈ ਹੈ। ਤੇ ਬਾਰ-ਬਾਰ ਫਟਾਫਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜੇ ਤੁਹਾਡੇ ਜਹਿਨ ਦੇ ਵਿੱਚ ਕੋਈ ਵੀ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹ ਸਾਨੂੰ ਲਿਖੋ। ਸੱਭਿਅਕ ਭਾਸ਼ਾ ਦੀ ਵਰਤੋਂ ਕਰਨੀ ਹੈ ਤੇ ਅਸੀਂ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਦੇਵਾਂਗੇ। ਹਾਂਜੀ ਡਾਕਟਰ ਗੁਰਵਿੰਦਰ ਮਾਨ ਜੀ, ਤੁਹਾਡਾ ਚੈਨਲ ਦੇ ਉੱਪਰ ਸਵਾਗਤ ਹੈ। ਡਾਕਟਰ ਸਾਹਿਬ, ਇੱਕ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਹੈ, ਸਿਹਤ ਵਿਭਾਗ ਤੇ ਬੇਭਰੋਸਗੀ ਸਿੱਧ ਕਰਦੇ ਹਾਂ ਵੀ ਅਸੀਂ ਸਿਹਤ ਵਿਭਾਗ ਦੇ ਨਾਲ ਤੋਂ ਸੰਤੁਸ਼ਟ ਨਹੀਂ ਹੈ। ਜੇ ਕੋਈ ਸਾਡੇ ਪਿੰਡ 'ਚ ਕਰੋਨਾ ਦਾ ਮਰੀਜ਼ ਆਉਂਦਾ ਜਾਂ ਕੋਈ ਲੱਛਣ ਪਾਏ ਜਾਂਦੇ ਤਾਂ ਅਸੀਂ ਉਹਦਾ ਇਲਾਜ ਆਪਣੇ ਪੱਧਰ 'ਤੇ ਕਰਾਂਗੇ। ਜਿਹੜੀ ਇਹ ਪ੍ਰਚਲਨ ਚੱਲ ਗਿਆ, ਇਹ ਕਿਉਂ ਚੱਲਿਆ ਤੇ ਕਿੰਨਾ ਖਤਰਨਾਕ? ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰਨਾ। ਪਰਮਾਤਮਾ ਮੁਰੇ ਅਰਦਾਸ ਕਰਦਾ ਕਿ ਇਹ ਕਰੋਨਾ ਦੀ ਮਹਾਮਾਰੀ ਵਿੱਚ ਤੁਸੀਂ ਸਾਰੇ ਸੁਰੱਖਿਅਤ ਰਹੋ, ਸਿਹਤਮੰਦ ਰਹੋ। ਸਭ ਤੋਂ ਵੱਡੀ ਗੱਲ ਇਹ ਹੈ ਜੀ, ਮੈਂ ਤੁਹਾਨੂੰ ਇੱਕ ਅਪੀਲ ਕਰਨੀ ਚਾਹੁੰਦਾ, ਇਹ ਜਿਹੜੀ ਬੜਾ ਗਲਤ ਪ੍ਰਚਲਨ ਚੱਲ ਰਿਹਾ ਕਿ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਸਰਕਾਰੀ ਹਸਪਤਾਲਾਂ ਦੇ ਖਿਲਾਫ, ਅਸੀਂ ਇਹਨਾਂ ਦੇ ਵਰਕਰਾਂ ਨੂੰ ਅੰਦਰ ਨਹੀਂ ਆਉਣ ਦੇਣਾ, ਅਸੀਂ ਟੈਸਟ ਨਹੀਂ ਕਰਾਉਣੇ, ਅਸੀਂ ਕਿਸੇ ਨੂੰ ਵੜਨ ਨਹੀਂ ਦੇਣਾ, ਜਾਂ ਪੱਥਰ ਮਾਰੇ ਜਾ ਰਹੇ ਆ। ਇਹ ਇੱਕ ਬਹੁਤ ਵੱਡੀ ਜਿਸ ਨੂੰ ਸਾਜ਼ਿਸ਼ ਕਹੀ ਜਾ ਸਕਦੀ ਹੈ, ਜਿਹਨੂੰ ਅਸੀਂ ਚਾਹੇ ਅਣਚਾਹੇ ਉਹਨੂੰ ਹਵਾ ਦੇ ਰਹੇ ਹਾਂ। ਜਦੋਂ ਵੀ ਕਿਸੇ ਅਫਵਾਹ ਸਾਡੇ ਕੋਲ ਆਉਂਦੀ ਹੈ ਅਸੀਂ ਉਸ ਨੂੰ ਬਿਨਾਂ ਸੋਚੇ ਸਮਝੇ ਫਾਰਵਰਡ ਕਰ ਦਿੰਦੇ ਹਾਂ। ਬੜੀਆਂ ਗੱਲਾਂ ਸੁਣਨ ਵਿੱਚ ਆਈਆਂ, ਕੁਝ ਮੇਰੇ ਕੋਲ ਪਹੁੰਚੀਆਂ ਜੀ, ਉਹ ਗੁਰਦੇ ਕੱਢ ਲੈਂਦੇ ਆ, ਉਹ ਇਹ ਕਰ ਲੈਂਦੇ ਆ, ਉਹ ਕਰ ਲੈਂਦੇ ਆ। ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਕਿੰਨੇ ਡੈਥ ਹੁੰਦੀਆਂ ਨੇ, ਐਕਸੀਡੈਂਟ ਵਾਲੀਆਂ ਕਿਸ ਤਰ੍ਹਾਂ ਦੀ ਡੈਥ ਹੁੰਦੀਆਂ ਨੇ, ਸਾਰਿਆਂ ਦੇ ਪੋਸਟਮਾਰਟਮ ਹੁੰਦੇ ਨੇ। ਕੀ ਤੁਹਾਨੂੰ ਨਹੀਂ ਲੱਗਦਾ ਕਿ ਉਦੋਂ ਵੀ ਕੱਢ ਕੇ ਕਿਸੇ ਨੇ ਗੁਰਦੇ ਨਹੀਂ ਵੇਚੇ ਹੋਣਗੇ? ਇਹ ਬਿਲਕੁਲ ਗਲਤ ਫਹਿਮੀ ਹੈ। ਇਹ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚੋ। ਕਿਸੇ ਵੀ ਮਰੀਜ਼ ਦੇ ਅੰਗ ਜਦ ਤੱਕ ਮਰੀਜ਼ ਦੇ ਜਿਉਂਦਿਆਂ, ਸਾਹ ਚੱਲਦਿਆਂ, ਧੜਕਣ ਚੱਲਦਿਆਂ, ਅੰਦਰ ਖੂਨ ਦੀ ਪ੍ਰਵਾਹ ਚੱਲਦਿਆਂ, ਸਰਕੂਲੇਸ਼ਨ ਦੇ ਚੱਲਦਿਆਂ ਉਸ ਨੂੰ ਕੱਢਿਆ ਜਾਂਦਾ ਹੈ, ਉਹਨੂੰ ਫਰੀਜ਼ ਕਰਕੇ ਲਿਜਾਇਆ ਜਾਂਦਾ ਹੈ। ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਹੁੰਦਾ, 1.5 ਤੋਂ 2 ਘੰਟੇ ਦਾ ਸਮਾਂ ਹੁੰਦਾ, ਜਿਹਦੇ ਵਿੱਚ ਉਸ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈ ਔਰ ਟ੍ਰਾਂਸਫਰ ਕਰਕੇ ਅਲਟੀਮੇਟਲੀ ਉਸ ਪੇਸ਼ੈਂਟ ਦੇ ਜਿਹੜਾ ਰੈਸਿਪੀਐਂਟ ਆ ਉਸ ਨੂੰ ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਦਾ ਕੁਝ ਵੀ ਪ੍ਰਚਲਨ ਪੋਸੀਬਲ ਨਹੀਂ ਹੈ ਕਿ ਬੰਦਾ ਦੀ ਡੈਥ ਹੋ ਗਈ ਹੈ ਤੇ ਉਹਦੇ ਵਿੱਚ ਕਿਸੇ ਗੁਰਦੇ ਕੰਮ ਆ ਜਾਣਗੇ, ਉਹਦਾ ਕੋਈ ਸਮਾਨ ਕੰਮ ਆ ਜਾਊਗਾ। ਬਿਲਕੁਲ ਲਾਸਟ ਸਿਰਫ ਇੱਕੋ ਹੀ ਗੱਲ ਤੁਹਾਨੂੰ ਦੱਸ ਦੇਵਾਂ, ਡੈਥ ਹੋਣ ਤੋਂ ਬਾਅਦ ਸਿਰਫ ਇਕੱਲੀਆਂ ਅੱਖਾਂ ਕੰਮ ਆਉਂਦੀਆਂ ਨੇ। ਪਰ ਜੇ ਮਰੀਜ਼ ਕਿਸੇ ਵੀ ਇਨਫੈਕਸ਼ਨ ਤੋਂ ਪੀੜਤ ਹੈ, ਐਸੇ ਮਰੀਜ਼ ਦਾ, ਐਸੇ ਡੋਨਰ ਦਾ ਕੁਝ ਵੀ ਅੰਗ ਕੰਮ ਨਹੀਂ ਆਏਗਾ। ਇਹ ਇਹਨਾਂ ਅਫਵਾਹਾਂ ਦੇ ਚੱਕਰ ਵਿੱਚ ਨਾ ਹੀ ਕੋਈ ਤੁਹਾਨੂੰ ਬਿਮਾਰ ਕਰਨਾ ਚਾਹੁੰਦਾ। ਸਿਹਤ ਵਿਭਾਗ ਦੇ ਆਪਣੇ ਕਰਮਚਾਰੀ ਕਿੰਨੇ ਬਿਮਾਰ ਹੋ ਰਹੇ ਨੇ, ਸਰਕਾਰੀ ਹਸਪਤਾਲਾਂ ਦੇ ਡਾਕਟਰ ਬਿਮਾਰ ਹੋ ਰਹੇ ਨੇ। ਖਾਸ ਤੌਰ ਤੇ ਸਾਡੇ ਇੱਕ ਅੰਮ੍ਰਿਤਸਰ ਦੇ SMO ਡਾਕਟਰ ਅਰੁਣ ਸ਼ਰਮਾ ਜੀ ਆ, ਪਿੱਛੇ ਜੇ ਉਹਨਾਂ ਦੀ ਕਿੰਨੇ ਵੀਡੀਓ ਵਾਇਰਲ ਹੋਇਆ, ਉਹਨਾਂ ਦੀ ਡੈਥ ਹੋਈ ਹੈ। ਸਾਡੇ ਆਪਣੇ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਸਾਹਿਬ ਜਿਹੜੇ SMO ਸਾਹਿਬ ਨੇ, ਉਹਨਾਂ ਨੂੰ ਇਨਫੈਕਸ਼ਨ ਹੋਈ ਹੈ। ਇਹ ਬਿਲਕੁਲ ਗਲਤ ਫਹਿਮੀ, ਪਲੀਜ਼ ਇਸ ਨੂੰ ਦਿਮਾਗ ਚੋਂ ਕੱਢ ਦੇਵੋ ਕਿ ਸਰਕਾਰੀ ਹਸਪਤਾਲਾਂ ਦੇ ਡਾਕਟਰ ਜਾਂ ਉਹਨਾਂ ਦੇ ਵਰਕਰ ਜਾਂ ਸਰਕਾਰ ਵੱਲੋਂ ਕੋਈ ਸਾਜ਼ਿਸ਼ ਫੈਲਾਈ ਜਾ ਰਹੀ ਹੈ। ਵਾਕਈ ਇਹ ਇੱਕ ਬੜਾ ਡੈਡਲੀ ਵਾਇਰਸ ਹੈ ਔਰ ਇਸ ਵਾਇਰਸ ਦਾ ਸਾਡੇ ਕੋਲ ਕੋਈ ਤੋੜ ਨਹੀਂ ਹੈ। ਕਿਉਂ ਨਹੀਂ ਤੋੜ ਹੈਗਾ? ਬਿਕੋਜ਼ ਇਸ ਵਾਇਰਸ ਦੀਆਂ ਘੱਟੋ ਘੱਟ 18-19 ਕਿਸਮਾਂ ਨੇ ਜਿਹੜੀਆਂ ਬਾਰ-ਬਾਰ ਰੈਪਲੀਕੇਟ ਕਰ ਰਹੀਆਂ ਨੇ, ਬਾਰ-ਬਾਰ ਉਹ ਆਪਣੀ ਮਿਊਟੇਸ਼ਨ ਕਰ ਰਿਹਾ, ਬਾਰ-ਬਾਰ ਆਪਣੇ ਜੀਨਸ ਨੂੰ ਬਦਲੀ ਕਰ ਰਿਹਾ। ਨਾ ਤਾਂ ਇਹਨਾਂ ਦੇ ਵਾਇਰਸ ਦੀ ਵਜ੍ਹਾ ਕਰਕੇ ਸਾਨੂੰ ਜਿਹੜੇ ਹੈ ਕੋਈ ਵੈਕਸੀਨ ਮਿਲ ਰਹੀ ਹੈ, ਨਾ ਇਹਨਾਂ ਦਾ ਕੋਈ ਟ੍ਰੀਟਮੈਂਟ ਮਿਲ ਰਿਹਾ। ਔਰ ਇਸ ਵਾਇਰਸ ਦੀ ਵਜ੍ਹਾ ਦੇ ਨਾਲ ਸਰੀਰ ਦੇ ਵਿੱਚ ਕੋਈ ਸ਼ੱਕ ਨਹੀਂ, ਜੋ ਇੱਕ ਹੋਰ ਖਬਰ ਆ ਰਹੀ ਹੈ, ਇਟਲੀ ਦੀ ਸਰਕਾਰ ਨੇ, ਇਟਲੀ ਦੇ ਡਾਕਟਰਾਂ ਨੇ ਕੋਈ ਨਵਾਂ ਸਿਸਟਮ ਕੱਢਿਆ ਜੀ, ਇਨਫੈਕਸ਼ਨ ਨਹੀਂ ਹੈਗੀ ਜੀ, ਤੇ ਖੂਨ ਦੇ ਥੱਕੇ ਬਣੇ ਹੋਏ ਨੇ। ਬਿਲਕੁਲ ਇਸ ਵਾਇਰਸ ਦੇ ਨਾਲ ਖੂਨ ਦੇ ਥੱਕੇ ਬਣਦੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਵਾਇਰਸ ਤੁਹਾਡੇ ਲੰਗਸ ਨੂੰ, ਤੁਹਾਡੇ ਫੇਫੜਿਆਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਂਦਾ। ਫੇਫੜੇ ਸਖਤ ਹੋ ਜਾਂਦੇ ਨੇ, ਬਿਲਕੁਲ ਸੁੱਕੇ ਚੰਮ ਦੀ ਤਰ੍ਹਾਂ, ਸਾਹ ਆਉਣਾ ਮਰੀਜ਼ ਨੂੰ ਬੰਦ ਹੋ ਜਾਂਦਾ ਔਰ ਮਰੀਜ਼ ਦੀ ਡੈਥ ਹੋ ਜਾਂਦੀ ਹੈ। ਇੰਨੀਆਂ ਡੈਥਸ ਹੋ ਰਹੀਆਂ ਨੇ ਔਰ ਸਿਹਤ ਵਿਭਾਗ ਦੇ ਜਿਹੜੇ ਡਾਕਟਰ ਆ ਉਹਨਾਂ ਦੀਆਂ ਡੈਥ ਹੋ ਰਹੀਆਂ ਨੇ, ਪ੍ਰਾਈਵੇਟ ਡਾਕਟਰ ਦੀਆਂ ਡੈਥਸ ਹੋ ਰਹੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ
ਕਿ ਇਹੋ ਜਿਹੀਆਂ ਅਫਵਾਹਾਂ ਤੋਂ ਬਚੋ। ਇਹਨਾਂ ਅਫਵਾਹਾਂ ਦੇ ਵਿੱਚ ਕੁਝ ਵੀ ਸੱਚਾਈ ਨਹੀਂ ਹੈ। ਸਰਕਾਰ ਸਾਡੀ ਸੁਰੱਖਿਆ ਵਾਸਤੇ ਹੈ। ਇਹ ਨਾਮ ਮਿਲਵਰਤਨ ਵਾਲਾ ਅਸਹਿਯੋਗ ਅੰਦੋਲਨ ਜੋ ਪਿੰਡਾਂ ਵਿੱਚ ਚਲਾਇਆ ਜਾ ਰਿਹਾ ਹੈ, ਇਹਦੇ ਨਾਲ ਸਾਡਾ ਕੁਝ ਫਾਇਦਾ ਨਹੀਂ ਹੋਣ ਵਾਲਾ। ਸਰਕਾਰ ਨੇ ਸਾਡੀ ਸੁਰੱਖਿਆ ਵਾਸਤੇ ਬਹੁਤ ਕੁਝ ਕੀਤਾ ਹੈ। ਜਿੱਥੇ ਕਿਤੇ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ, ਉੱਥੇ SDM ਸਾਹਿਬ ਬਣਿਓ, ਤਹਿਸੀਲਦਾਰ ਭੇਜ ਕੇ, ਕਿਸੇ ਹੋਰ ਅਫਸਰ ਦੀ ਡਿਊਟੀ ਲਗਾ ਕੇ, ਮੈਡੀਕਲ ਪੈਰਾਫਰਨੇਲੀਆ ਨੂੰ ਨਾਲ ਭੇਜ ਕੇ ਉੱਥੇ ਕਿੱਟਾਂ ਵੰਡੀਆਂ ਜਾਂਦੀਆਂ, ਵੈਕਸੀਨੇਸ਼ਨ ਕੀਤੀ ਜਾਂਦੀ ਹੈ, ਟੈਸਟ ਕੀਤੇ ਜਾਂਦੇ ਆ। ਤਾਂ ਸਾਡੀ ਸਰਕਾਰ ਸਾਨੂੰ ਬਚਾਉਣ ਵਾਸਤੇ ਬੈਠੀ ਹੈ। ਔਰ ਇਸ ਗਲਤਫਹਿਮੀ ਦੇ ਵਿੱਚ ਅਸੀਂ ਜੇ ਸਰਕਾਰ ਨਾਲ ਅਸਹਿਯੋਗ ਅੰਦੋਲਨ ਚਲਾਵਾਂਗੇ, ਸਰਕਾਰ ਨਾਲ ਅਸੀਂ ਨਾਮ ਮਿਲਵਰਤਨ ਦਾ ਅੰਦੋਲਨ ਚਲਾਵਾਂਗੇ, ਤਾਂ ਇਹ ਸਾਰੀਆਂ ਗੱਲਾਂ ਸਾਨੂੰ ਅੱਗੇ ਜਾ ਕੇ ਬੜੀਆਂ ਮਹਿੰਗੀਆਂ ਪੈਣਗੀਆਂ। ਡਾਕਟਰ ਸਾਹਿਬ, ਤੁਸੀਂ ਬੜਾ ਵਿਸਤਾਰ ਨਾਲ ਦੱਸਿਆ ਵੀ ਇਹ ਅਫਵਾਹਾਂ ਨੇ, ਪਰ ਇਹਦੇ ਵਿੱਚ ਕੁਛ ਨਾ ਕੁਛ ਤਾਂ ਸੱਚਾਈ ਹੋਊਗੀ। ਬਿਨਾਂ ਕਹਿੰਦੇ ਕੋਈ ਸ਼ੱਕ 'ਚ ਬਣਿਆ ਪਿਆ ਅਮਲੀ ਨਹੀਂ ਜਾਂਦੀ। ਜਿਹੜੇ ਉਹ ਕਹਿੰਦੇ ਵੀ ਮਰੀਜ਼ ਨੂੰ ਸਵੇਰੇ ਲੈ ਗਈ, ਚੰਗਾ ਭਲਾ ਸ਼ਾਮ ਨੂੰ ਉਹਦੀ ਮੌਤ ਹੋ ਜਾਂਦੀ ਹੈ, ਜਾਂ ਅੰਗ ਲਈ ਬੋਲਿਆ ਵੀ ਅੰਗ ਕੱਢੇ ਜਾ ਰਹੇ ਨੇ, ਉਹ ਕੁਛ ਨਾ ਕੁਛ ਤਾਂ ਉਹਦੇ ਵਿੱਚ ਸੱਚਾਈ ਹੋਊਗੀ ਨਾ। ਜੇ ਸਰਕਾਰੀ ਹਸਪਤਾਲ ਨਹੀਂ ਜਾਂ ਕੋਈ ਹੋਰ ਹਸਪਤਾਲ, ਕੁਛ ਹਸਪਤਾਲ ਜਿਹਨਾਂ ਨੇ ਵੀਡੀਓ ਦਿਖਾਈ ਜਾਂਦੇ ਵੀ ਹਸਪਤਾਲ ਦੇ ਵਿੱਚ ਉਹਨਾਂ ਨੇ ਲਾਈਵ ਪਕੜੇ ਹੈ, ਕੋਈ ਸਾਹ ਘੁੱਟ ਕੇ ਮਾਰ ਰਿਹਾ ਸੀ ਜਾਂ ਕੋਈ ਕਿਵੇਂ ਮਾਰ ਰਿਹਾ ਸੀ, ਉਹ ਵੀ ਤਾਂ ਹਸਪਤਾਲਾਂ ਦੀਆਂ ਵੀਡੀਓ ਨੇ ਨਾ। ਉਹਨਾਂ ਦੇ ਬਾਰੇ ਕੀ ਹੈ ਜੀ ਸਰ? ਸਭ ਤੋਂ ਪਹਿਲਾਂ ਸਮਝੋ, ਇਹ ਵਾਇਰਸ ਇਕੱਲੇ ਤੁਹਾਡੇ ਲੰਗਸ ਤੇ ਅਸਰ ਨਹੀਂ ਕਰਦਾ, ਤੁਹਾਡੇ ਹਾਰਟ ਤੇ ਵੀ ਅਸਰ ਕਰਦਾ ਹੈ। ਵਾਇਰਸ ਦੇ ਨਾਲ ਮਾਇਓਕਾਰਡਾਈਟਸ ਹੋ ਜਾਂਦਾ ਹੈ, ਵਾਇਰਲ ਕਾਰਡਾਈਟਸ ਹੋ ਜਾਂਦਾ ਹੈ, ਹਾਰਟ ਦੇ ਮਸਲਸ ਦੀ ਇਨਫਲੇਮੇਸ਼ਨ ਹੋ ਜਾਂਦੀ ਹੈ, ਸੋਜਸ਼ ਹੋ ਜਾਂਦੀ ਹੈ, ਜਿਹਦੀ ਵਜ੍ਹਾ ਦੇ ਨਾਲ ਜਿਹੜੇ ਹੈਗੇ ਆ ਮਰੀਜ਼ ਨੂੰ ਸਾਹ ਆਉਣ ਦੀ ਤਕਲੀਫ ਹੈ, ਹੋਰ ਚੀਜ਼ਾਂ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ, ਮਰੀਜ਼ ਦਾ ਦਮ ਘੁੱਟਣਾ ਸ਼ੁਰੂ ਹੋ ਜਾਂਦਾ ਹੈ। ਬਹੁਤ ਵਾਰੀ ਦੇਖਣ 'ਚ ਆਇਆ, ਉਹ ਕਹਿੰਦੇ ਜੀ ਫਲਾਣੇ ਥਾਂ ਪਹਿਲਾਂ ਮਰੀਜ਼ ਦਾ ਟੈਸਟ ਨੈਗੇਟਿਵ ਆਇਆ, ਹਸਪੀਟਲ ਵਾਲੇ ਉਹਨੂੰ ਚੁੱਕ ਕੇ ਲੈ ਗਏ, ਫਿਰ ਜਦੋਂ ਉਹਨਾਂ ਨੇ ਪੋਜ਼ਿਟਿਵ ਕੱਢਤਾ, ਅਸੀਂ ਟੈਸਟ ਕਰਾਇਆ ਨੈਗੇਟਿਵ ਆ ਗਿਆ ਸੀ। ਇਹਦੇ ਵਿੱਚ ਬਹੁਤ ਸਾਰੇ ਟੈਸਟ ਚੱਲ ਰਹੇ ਨੇ, ਜਿਹਦੇ ਵਿੱਚ ਐਂਟੀਜਨ ਤੇ ਐਂਟੀਬੋਡੀ ਟੈਸਟ ਹੁੰਦੇ ਨੇ। ਐਂਟੀਜਨ ਹੈ ਜਿਹੜਾ ਸਾਨੂੰ ਵਾਇਰਸ ਬਾਹਰੋਂ ਆ ਰਿਹਾ, ਜਿਹੜੇ ਵਾਇਰਸ ਦੇ ਖਿਲਾਫ ਸਾਡੀ ਬੋਡੀ ਦੇ ਸੈੱਲ ਬਣ ਰਹੇ ਨੇ, ਉਹਨਾਂ ਨੂੰ ਅਸੀਂ ਐਂਟੀਬੋਡੀਜ਼ ਕਹਿੰਦੇ ਹਾਂ। ਬਹੁਤ ਵਾਰੀ ਹੁੰਦਾ ਕਿ ਜਦੋਂ ਅਸੀਂ ਕੋਈ ਟੈਸਟ ਕਰਦੇ ਹਾਂ, ਉਹ ਪਹਿਲੀ ਵਾਰੀ ਨੈਗੇਟਿਵ ਆ ਗਿਆ, ਅਸੀਂ ਮੰਨ ਲਓ ਐਂਟੀਬੋਡੀ ਟੈਸਟ ਕੀਤਾ, ਹਲੇ ਐਂਟੀਜਨ ਸਾਡੇ ਸਰੀਰ ਵਿੱਚ ਪਹੁੰਚ ਗਿਆ, ਐਂਟੀਬੋਡੀਜ਼ ਨਹੀਂ ਬਣੀਆਂ, ਸੈੱਲ ਸਾਡੇ ਸਰੀਰ ਦੇ ਅੰਦਰ ਹਲੇ ਸਾਡੇ ਦੇ ਲੜਨ ਵਾਲੇ ਸੈੱਲ ਨੇ ਹਲੇ ਨਹੀਂ ਬਣੇ, ਉਹ ਟੈਸਟ ਜਿਹੜਾ ਹੈਗਾ ਸਾਡਾ ਨੈਗੇਟਿਵ ਆ ਗਿਆ। ਦੂਜਾ ਟੈਸਟ ਅਸੀਂ ਕਰਵਾਇਆ, ਉਹ ਪੋਜ਼ਿਟਿਵ ਆ ਗਿਆ। ਇਹ ਪੋਜ਼ਿਟਿਵ ਨੈਗੇਟਿਵ ਦੇ ਚੱਕਰ ਦੇ ਵਿੱਚ ਨਾ ਉਲਝਿਆ ਜਾਵੇ, ਇਸ ਚੀਜ਼ ਨੂੰ ਸਿਰਫ ਸਾਡੇ ਡਾਕਟਰਸ ਤੱਕ ਛੱਡਿਆ ਜਾਵੇ। ਜੇ ਅਸੀਂ ਇਸ ਗੱਲ ਨੂੰ ਲੈ ਕੇ ਵੀ ਫਲਾਣੇ ਦਾ ਟੈਸਟ ਪਹਿਲਾਂ ਨੈਗੇਟਿਵ ਆਇਆ ਸੀਗਾ ਜੀ, ਉਹਨਾਂ ਨੇ ਪੋਜ਼ਿਟਿਵ ਕੱਢਤਾ ਜੀ, ਅਸੀਂ ਕਰਾ ਲਿਆ ਜੀ ਨੈਗੇਟਿਵ ਆ ਗਿਆ, ਇਸ ਚੱਕਰ ਦੇ ਵਿੱਚ ਲੋਕੀ ਆਪਣੇ ਵੱਲੋਂ ਅਫਵਾਹਾਂ ਬਣਾ ਰਹੇ ਨੇ। ਦਮ ਘੁੱਟ ਕੇ ਕੋਈ ਕਿਸੇ ਨੂੰ ਨਹੀਂ ਮਾਰ ਰਿਹਾ। ਜੇ ਦਮ ਘੁੱਟ ਕੇ ਮਾਰਨਾ ਹੁੰਦਾ ਤਾਂ ਸਰਕਾਰ ਦੇ ਜਿਹੜੇ ਡਾਕਟਰ ਨੇ, ਵਰਕਰ ਨੇ, ਉਹ ਵਿਚਾਰੇ PPE ਕਿੱਟਾਂ ਪਾ ਕੇ, ਇੰਨੀ ਗਰਮੀ ਦੇ ਵਿੱਚ ਪਲਾਸਟਿਕ ਦੀਆਂ ਕਿੱਟਾਂ ਬਣੀਆਂ ਹੋਈਆਂ ਨੇ, ਉਹ ਪਾ ਕੇ, ਮਾਸਕ ਲੈ ਕੇ, ਉਹ ਸਾਰੇ ਮਰੀਜ਼ਾਂ ਦੀ ਸੇਵਾ ਕਰ ਰਹੇ ਨੇ, ਸਭ ਮਰੀਜ਼ਾਂ ਦਾ ਧਿਆਨ ਰੱਖ ਰਹੇ ਨੇ। ਹਾਂ, ਪੇਸ਼ੈਂਟਸ ਦੀ ਡੈਥ ਰੇਟ ਬਹੁਤ ਜ਼ਿਆਦਾ ਹੈ। ਮੇਰੇ ਆਪਣੇ ਕਜ਼ਨ, ਉਹਨਾਂ ਦੇ ਮੇਰੇ ਮਾਸੀ ਜੀ ਦੇ ਬੇਟੇ ਨੇ, ਉਹਨਾਂ ਦੀ CMC ਵਿੱਚ ਕੱਲ੍ਹ ਸ਼ਾਮ ਨੂੰ ਡੈਥ ਹੋਈ ਹੈ, ਔਰ ਘੱਟੋ ਘੱਟ 24 ਦਿਨ 25 ਦਿਨ ਜੂਝਣ ਤੋਂ ਬਾਅਦ। ਹੁਣ ਮੈਨੂੰ ਇਸ ਗੱਲ ਦੇ ਬਾਰੇ ਸਾਰੀ ਕੁਝ ਸਮਝ ਹੈ ਕਿ ਇਹ ਜੋ ਕੁਝ ਵੀ ਹੈ, ਮੈਂ ਅੱਜ ਵੀ ਉਹਨਾਂ ਹਸਪਤਾਲ ਦੇ ਡਾਕਟਰਾਂ ਦਾ ਬਹੁਤ ਰਿਣੀ ਹਾਂ ਕਿ ਉਹਨਾਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ, ਪਰ ਨਹੀਂ ਇਹ ਸਾਰੇ ਦੇ ਰਿਜ਼ਲਟ ਆ ਪਾਏ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਡਾਕਟਰ ਬੁਰੇ ਹੋ ਗਏ ਜਾਂ ਉਹ ਹਸਪੀਟਲ ਬੁਰਾ ਹੋ ਗਿਆ। ਕੋਈ ਕਿਸੇ ਦਾ ਦਮ ਘੁੱਟ ਕੇ ਨਹੀਂ ਮਾਰ ਰਿਹਾ, ਕੋਈ ਅੰਗ ਨਹੀਂ ਕੱਢੇ ਜਾ ਰਹੇ। ਅੰਗ ਤਾਂ ਛੱਡੋ, ਜੇ ਕਿਸੇ ਪੇਸ਼ੈਂਟ ਦੇ ਨੂੰ ਇਨਫੈਕਸ਼ਨ ਹੋ ਗਈ ਹੈ ਤਾਂ ਅਸੀਂ PPE ਕਿੱਟ ਪਹਿਨੇ ਬਿਨਾ, ਗਲਵਸ ਪਹਿਨੇ ਬਿਨਾ, ਮਾਸਕ ਪਹਿਨੇ ਬਿਨਾ ਅਸੀਂ ਉਸ ਮਰੀਜ਼ ਨੂੰ ਹੱਥ ਵੀ ਨਹੀਂ ਲਗਾ ਸਕਦੇ, ਬਿਕੋਜ਼ ਮੈਨੂੰ ਇਨਫੈਕਸ਼ਨ ਹੋ ਜਾਏਗੀ। ਡਾਕਟਰ ਨੂੰ ਇਨਫੈਕਸ਼ਨ ਕਿੱਥੋਂ ਹੋ ਰਹੀ ਹੈ? ਸਰਕਾਰੀ ਹਸਪਤਾਲ ਦੇ ਡਾਕਟਰਾਂ ਨੂੰ, ਸਰਕਾਰੀ ਹਸਪਤਾਲ ਦੇ ਪੈਰਾਫਰਨੇਲੀਆ ਦਾ ਬਾਕੀ ਸਟਾਫ ਹੈਗਾ, ਪੈਰਾਮੈਡੀਕਲ ਸਟਾਫ ਹੈ, ਜਿਹੜਾ ਪ੍ਰਾਈਵੇਟ ਡਾਕਟਰ ਨੂੰ ਇਨਫੈਕਸ਼ਨ ਹੋ ਰਹੀ ਹੈ, ਉਹ ਕਿੱਥੋਂ ਹੋ ਰਹੀ ਹੈ? ਜਦੋਂ ਵੀ ਕਿਤੇ ਜਿਹੜੀ ਸਾਵਧਾਨੀ ਘਟੀ, ਦੁਰਘਟਨਾ ਘਟੀ, ਕਿਤੇ ਵੀ ਤੁਸੀਂ ਮਾਸਕ ਨਹੀਂ ਪਾਇਆ, ਕਿਤੇ ਵੀ ਤੁਸੀਂ ਗਲਵਜ਼ ਨਹੀਂ ਪਾਏ, ਤੁਸੀਂ ਇਸ ਤਰ੍ਹਾਂ ਮਰੀਜ਼ ਦੇ ਨਾਲ ਕੋਈ ਕੰਟੈਕਟ ਵਿੱਚ ਆਏ ਹੋ, ਤਾਂ ਇਨਫੈਕਸ਼ਨ ਹੁੰਦੀ ਹੈ। ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਗੱਲਾਂ ਦੱਸਿਆ ਬੜੀਆਂ ਕਾਬਲੇ ਤਾਰੀਫ ਹੈ, ਪਰ ਕਰੋਨਾ ਬਿਮਾਰੀ ਹੈ ਕੀ ਹੈ? ਪਹਿਲਾਂ ਮਾਰਚ ਦੇ ਵਿੱਚ ਜਦੋਂ ਇਹ ਆਇਆ, ਗੋਆ ਹਟਾਇਆ ਗਿਆ, ਕਰਫਿਊ ਲਗਾਏ ਗਏ, ਲੋਕਾਂ ਨੂੰ ਘਰੇ ਬੰਦ ਕਰਿਆ ਗਿਆ, ਉਦੋਂ ਮਰੀਜ਼ ਦੀ ਗਿਣਤੀ ਵੀ ਬਹੁਤ ਘੱਟ ਸੀ। ਪਰ ਹੁਣ ਰੋਜ਼ ਜਿਹੜੀਆਂ ਜਾਰੀ ਹੋ ਰਹੀਆਂ ਨੇ ਲਿਸਟਾਂ, ਉਹਦੇ ਵਿੱਚ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵੱਧ ਰਹੀ ਹੈ, ਮੌਤਾਂ ਦੀ ਗਿਣਤੀ ਦਿਨ ਬ ਦਿਨ ਵੱਧ ਰਹੀ ਹੈ। ਪਹਿਲਾਂ ਸੀਗਾ ਵੀ ਸਾਹ ਬੰਦ ਹੋਊਗਾ, ਬੁਖਾਰ ਚੜੂਗਾ, ਹੋਰ ਹੁਣ ਕਈ ਪੋਜ਼ੀਟਿਵ ਦਿਖਾ ਰਹੇ ਨੇ ਵੀ ਪੋਜ਼ਿਟਿਵ ਹੈ, ਬਟ ਉਹਨੂੰ ਨਾ ਕੋਈ ਬੁਖਾਰ ਆ,
ਜਾਂ ਉਹਨੂੰ ਕੋਈ ਸਾਹ ਦੀ ਤਕਲੀਫ ਹੈ, ਚੰਗਾ ਭਲਾ ਬੰਦਾ ਤੁਰਿਆ ਫਿਰ ਉਸ ਦੀ ਵੀ ਰਿਪੋਰਟ ਪੋਜ਼ਿਟਿਵ ਆਈ ਹੈ, ਕੀ ਹੈ ਬੰਦ ਕੀ ਹੈ? ਤਾਂ ਸਭ ਤੋਂ ਪਹਿਲਾਂ ਗੱਲ ਸਮਝਣੀ ਪਏਗੀ, ਮੈਡੀਸਨ ਵਿਭਾਗ ਦੇ ਵਿੱਚ ਤੇ ਮੈਡੀਸਨ ਡਿਪਾਰਟਮੈਂਟ ਸਾਡੇ ਮੈਡੀਕਲ ਫੀਲਡ ਦੇ ਵਿੱਚ ਕਿਤੇ ਵੀ 2+2 4 ਨਹੀਂ ਹੁੰਦਾ। ਇਹ ਸਾਡੇ ਜਿਵੇਂ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਗੱਲਾਂ ਚੱਲਦੀਆਂ ਨੇ, ਉਹ ਸਾਡੀ ਮੈਡੀਸਨ ਦੇ ਵਿੱਚ ਜਾਂ ਮੈਡੀਕਲ ਫੀਲਡ ਦੇ ਵਿੱਚ ਚੱਲ ਰਹੀ ਪ੍ਰੋਬਲਮ ਨੂੰ ਆਮ ਕਿਸੇ ਟਰੈਕਟਰ ਦੇ ਇੰਜਨ ਨਾਲ ਜਾਂ ਮਿਸਤਰੀਆਂ ਦੇ ਕੀਤੇ ਹੋਏ ਕਾਰੋਬਾਰ ਨਾਲ ਤਸ਼ਬੀਹ ਦਿੰਦੇ ਆ। ਐਸਾ ਕੁਝ ਨਹੀਂ ਹੈ। ਮੈਡੀਸਨ ਦੇ ਵਿੱਚ ਕਦੇ ਵੀ 2+2 4 ਨਹੀਂ ਹੁੰਦਾ। ਵਾਇਰਸ ਹੈ, ਇਹ ਵਾਇਰਸ ਲੰਗਸ ਦੇ ਉੱਪਰ, ਜਿਗਰ ਦੇ ਉੱਪਰ, ਹਾਰਟ ਦੇ ਉੱਪਰ ਅਸਰ ਕਰ ਰਿਹਾ ਹੈ, ਖੂਨ ਦੇ ਥੱਕੇ ਬਣਾ ਰਿਹਾ। ਸਭ ਤੋਂ ਪਹਿਲਾਂ ਸਮਝੋ, ਇਸ ਵਾਇਰਸ ਦੀ ਵਜ੍ਹਾ ਨਾਲ ਸਾਡੇ ਸਰੀਰ ਦੇ ਵਿੱਚ ਐਂਟੀਬੋਡੀਜ਼ ਬਣਦੀਆਂ। ਐਂਟੀਬੋਡੀਜ਼ ਵਾਲੇ ਜਿਹੜੇ ਸੈੱਲ ਨੇ ਉਹ ਅੱਗੇ ਜਾ ਕੇ ਮੈਕਰੋਫੇਜ ਰਿਐਕਸ਼ਨ ਕਹਿੰਦੇ ਆ। ਮੈਕਰੋਫੇਜਸ ਦਾ ਰਿਐਕਸ਼ਨ ਹੁੰਦਾ, ਸਾਡੀ ਆਪ ਦੀ ਬੋਡੀ ਦੇ ਸੈੱਲ ਸਾਡੇ ਆਪਣੇ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਆ। ਬੋਡੀ ਆਪਣੇ ਖਿਲਾਫ ਹੀ ਐਕਸ਼ਨ ਚੱਲ ਪੈਂਦਾ। ਇਹ ਮੈਕਰੋਫੇਜ ਰਿਐਕਸ਼ਨ ਦਾ ਇੱਕ ਸਰੀਰ ਦੇ ਵਿੱਚ ਤੂਫਾਨ ਚੱਲ ਪੈਂਦਾ। ਜਿਹਦੇ ਸਰੀਰ ਦੇ ਅੰਦਰ ਇਹ ਤੂਫਾਨ ਸ਼ੁਰੂ ਹੋ ਗਿਆ, ਉਸ ਨੂੰ ਬਚਾਉਣਾ ਮੁਸ਼ਕਲ ਹੈ। ਔਰ ਜਿਨ੍ਹਾਂ ਨੂੰ ਮਰੀਜ਼ਾਂ ਨੂੰ ਸ਼ੂਗਰ ਦੀ ਸ਼ਿਕਾਇਤ ਹੈ, ਜਿਨ੍ਹਾਂ ਮਰੀਜ਼ਾਂ ਨੂੰ ਹਾਰਟ ਦੀ ਸ਼ਿਕਾਇਤ ਹੈ, ਜਿਨ੍ਹਾਂ ਮਰੀਜ਼ਾਂ ਨੂੰ ਫੇਫੜਿਆਂ ਦੀ ਕੋਈ ਪ੍ਰੋਬਲਮ ਚੱਲ ਰਹੀ ਹੈ, ਪੁਰਾਣੀ ਬਿਮਾਰੀ ਨਾਲ ਜੂਝ ਰਹੇ ਨੇ, ਉਹਨਾਂ ਦਾ ਬਚਣਾ ਬਿਲਕੁਲ ਨਾਮੁਮਕਿਨ ਹੋ ਜਾਂਦਾ ਹੈ। ਕੁਝ ਐਸੇ ਵੀ ਲੋਕ ਨੇ ਜਿਹੜੇ ਤੰਦਰੁਸਤ ਨੇ, ਤੁਰੇ ਫਿਰਦੇ ਨੇ, ਥੋੜੀ ਜਿਹੀ ਕਿਤੇ ਵਾਇਰਸ ਦੀ ਡੋਜ਼ ਉਹਨਾਂ ਦੇ ਅੰਦਰ ਗਈ, ਜਦ ਤੱਕ ਉਹ ਵਾਇਰਸ ਨੇ ਆਪਣਾ ਪੂਰਾ ਘਰ ਬਣਾਉਣਾ ਸ਼ੁਰੂ ਕੀਤਾ, ਤਦ ਤੱਕ ਉਹਨਾਂ ਦੀ ਬੋਡੀ ਦੇ ਸੈੱਲ ਵੀ ਤਿਆਰ ਹੋ ਗਏ, ਉਹਨਾਂ ਨੇ ਉਸ ਵਾਇਰਸ ਨੂੰ ਉੱਥੇ ਰੋਕ ਲਿਆ। ਅਸੀਂ ਇਹਨਾਂ ਲੋਕਾਂ ਨੂੰ ਕਹਿੰਦੇ ਨੇ ਏਸਿਮਟੋਮੈਟਿਕ, ਜਿਨ੍ਹਾਂ ਦੇ ਲੱਛਣ ਨਹੀਂ ਆਏ ਪਰ ਉਹ ਕੈਰੀਅਰ ਨੇ, ਉਹ ਅੱਗੇ ਇਨਫੈਕਸ਼ਨ ਕ੍ਰੀਏਟ ਕਰ ਰਹੇ ਨੇ। ਆਪਣੇ ਸਰੀਰ ਵਿੱਚ ਲੱਛਣ ਨਹੀਂ ਆਏ ਪਰ ਉਹਨਾਂ ਨੇ ਬਾਹਰ ਲੋਕਾਂ ਨੂੰ ਇਨਫੈਕਸ਼ਨ ਦਿੱਤੀ ਹੈ। ਜਿਵੇਂ ਅਸੀਂ ਬਹੁਤ ਵਾਰੀ ਗੱਲ ਕਰਦੇ ਹਾਂ ਕਿ ਸਾਡੇ ਜਿਹੜੇ ਆਮ ਪਬਲਿਕ ਹੈ, ਕਿਸੇ ਨੇ ਟੇਬਲ ਤੇ ਹੱਥ ਲਗਾਇਆ, ਕੁਰਸੀ ਤੇ ਹੱਥ ਲਗਾਇਆ, ਦਰਵਾਜ਼ੇ ਦੇ ਹੈਂਡਲ ਨੂੰ ਹੱਥ ਲਗਾਇਆ, ਉੱਥੋਂ ਦੂਜੇ ਬੰਦੇ ਨੇ ਹੱਥ ਲਗਾਇਆ, ਥੋੜੀ ਜਿਹੀ ਡੋਜ਼ ਵਾਇਰਸ ਦੀ ਉਹਨੇ ਚੁੱਕੀ ਹੈ, ਉਹਦੇ ਸਰੀਰ ਦੇ ਅੰਦਰ ਗਈ ਹੈ, ਉਹਦੇ ਨਾਲ ਉਸ ਨੂੰ ਇਨਫੈਕਸ਼ਨ ਹੋਈ ਹੈ, ਤੇ ਫਰਦਰ ਜਦ ਤੱਕ ਉਹਨੂੰ ਇਨਫੈਕਸ਼ਨ ਪ੍ਰੋਪਰ ਲੈਵਲ ਤੇ ਪਹੁੰਚੀ ਹੈ, ਤਦ ਤੱਕ ਸਰੀਰ ਦੇ ਸੈੱਲਾਂ ਦੀ ਫੌਜ ਤਿਆਰ ਹੋ ਗਈ ਹੈ, ਬਿਮਾਰੀ ਨੂੰ ਅਸੀਂ ਕਾਬੂ ਕਰ ਲਿਆ। ਮੈਡੀਕਲ ਫੀਲਡ 'ਚ ਕੰਮ ਕਰਨ ਵਾਲੇ ਵਰਕਰ, ਡਾਕਟਰ, ਸਟਾਫ ਨਰਸਾਂ, ਜਦੋਂ ਵੀ ਉਹ ਕਿਸੇ ਮਰੀਜ਼ ਦੇ ਕੰਟੈਕਟ ਵਿੱਚ ਆਉਂਦੇ ਆ ਤਾਂ ਉਹ ਕੋਈ ਮਾੜੇ ਮੋਟੇ ਕਿਸੇ ਹੈਂਡਲ ਤੋਂ ਜਾਂ ਕਿਸੇ ਮੇਜ਼ ਤੋਂ ਜਾਂ ਕੁਰਸੀ ਤੋਂ ਉਹਨਾਂ ਨੇ ਵਾਇਰਸ ਨਹੀਂ ਚੁੱਕਿਆ, ਸਿੱਧਾ ਹੀ ਸਾਹਾਂ ਤੋਂ ਸਾਹਾਂ ਤੱਕ ਵਾਇਰਸ ਪਹੁੰਚਿਆ। ਉਹਨਾਂ ਨੂੰ ਬਹੁਤ ਹਾਈ ਡੋਜ਼ ਦੀ ਵਾਇਰਸ ਦੀ ਮਿਲੀ ਹੈ, ਉਹਨਾਂ ਦੇ ਸਰੀਰ ਨੂੰ ਆਪਣੀ ਫੌਜ ਤਿਆਰ ਕਰਨ ਦਾ ਮੌਕਾ ਨਹੀਂ ਮਿਲਿਆ। ਤਾਂ ਉਹਨਾਂ ਦੀ ਤੁਸੀਂ ਦੇਖੋਗੇ ਆਮ ਜਨਤੋੜੇ ਦੇ ਵਿੱਚ ਜਿਹੜੀ ਡੈਥ ਰੇਟ ਹੈ 1 ਤੋਂ 1.5% ਹੈ। ਮਤਲਬ 100 ਦੇ ਮਗਰ 1 ਤੋਂ 1.5 ਬੰਦਾ, ਜੇ ਆਪਾਂ ਇਹਨੂੰ ਇੱਦਾਂ ਸਮਝੀਏ ਤਾਂ 1000 ਮਗਰ ਤੁਸੀਂ ਕਹਿ ਸਕਦੇ ਹੋ 10 ਤੋਂ 15 ਬੰਦੇ ਮਰਦੇ ਆ। ਪਰ ਮੈਡੀਕਲ ਫੀਲਡ 'ਚ ਕੰਮ ਕਰਨ ਵਾਲੇ ਸਿਹਤ ਕਾਮਿਆਂ ਵਿੱਚ 22-23% ਡੈਥ ਰੇਟ ਜਿਹੜਾ ਹੈਗਾ ਉਹ ਹੁਣ ਤੱਕ ਜਿਹੜਾ ਰਿਪੋਰਟ ਹੋ ਰਿਹਾ, ਬਿਕੋਜ਼ ਜਿਹੜੇ ਸਿਹਤ ਕਾਮੇ ਨੇ ਉਹ ਡਾਇਰੈਕਟ ਪੇਸ਼ੈਂਟ ਦੇ ਕੰਟੈਕਟ ਆ ਰਹੇ ਨੇ। ਜੀ ਕਿਹਾ ਵੀ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਉਣ ਨਾਲ ਕਰੋਨਾ ਦਾ, ਪਰ ਕਈ ਦੇਖਣ ਆਇਆ ਕਿ ਇਸ ਦੇਖਣ ਨੂੰ ਮਿਲਿਆ ਵੀ ਇੱਕ ਘਰ ਦੇ ਵਿੱਚ 5 ਜੀ ਨੇ, ਇੱਕ ਜੀ ਨੂੰ ਕਰੋਨਾ ਆ ਰਿਹਾ, ਰਹਿ ਇਕੱਠੇ ਰਹੇ ਹੈ, ਪਰ 4 ਜੀ ਨੂੰ ਨਹੀਂ ਆ ਰਿਹਾ, ਜਾਂ ਮਾਂ ਨੂੰ ਆ ਰਿਹਾ ਬੱਚੇ ਨੂੰ ਨਹੀਂ ਆ ਰਿਹਾ, ਬੱਚਿਆਂ ਨੂੰ ਆ ਰਿਹਾ ਮਾਂ ਨੂੰ ਨਹੀਂ, ਜਦ ਕਿ ਉਹ ਇਕੱਠੇ ਰਹਿ ਰਹੇ, ਇਕੱਠੇ ਖਾ ਰਹੇ, ਇਕੱਠੇ ਇੱਕ ਪਰਿਵਾਰ ਦੇ ਵਿੱਚ ਪੂਰੇ ਕੋਲ ਮਿਲ ਕੇ ਰਹਿ ਰਹੇ। ਇਸ ਤਰ੍ਹਾਂ ਕਿਉਂ ਹੈ ਵੀ ਜਦੋਂ ਬਾਹਰ ਜਾ ਕੇ ਤਾਂ ਇੱਕ ਦੂਜੇ ਦੇ ਵਿੱਚ ਜਨਮ ਪੈਂਦੇ ਆ, ਪਰਿਵਾਰ ਦੇ ਵਿੱਚ ਕਿਉਂ ਨਹੀਂ ਹੋ ਰਿਹਾ? ਪਰ ਮੈਂ ਉਹੀ ਗੱਲ ਕਹਿ ਰਿਹਾ ਨਾ ਜੀ, ਜਿਵੇਂ ਇੱਕ ਸਾਡੇ ਪਰਿਵਾਰ ਦੇ ਵਿੱਚ ਕਿਸੇ ਇੱਕ ਬੰਦੇ ਨੂੰ ਜ਼ੁਕਾਮ ਲੱਗ ਗਿਆ, ਤਾਂ ਹੁਣ ਉਹ ਵਾਇਰਸ ਹੈ ਜ਼ੁਕਾਮ, ਉਹਦੇ ਨਾਲ ਕੋਲਡ ਦਾ ਵਾਇਰਸ ਹੈਗਾ, ਉਸਨੇ ਇੱਕ ਬੰਦੇ ਨੂੰ ਜ਼ੁਕਾਮ ਲੱਗਿਆ ਹੋਇਆ, ਹੋ ਸਕਦਾ ਉਹਦੇ ਤੋਂ ਕਿਸੇ ਹੋਰ ਦੇ ਪਰਿਵਾਰ ਦੇ ਮੈਂਬਰ ਨੂੰ ਲੱਗ ਜਾਵੇ ਤੇ ਹੋ ਸਕਦਾ ਨਾ ਲੱਗੇ। ਅਸੀਂ ਹੁਣ ਤੱਕ ਤਾਂ ਇਹੀ ਦੇਖਿਆ ਨਾ ਵੀ ਸਾਰਿਆਂ ਨੂੰ ਪਰਿਵਾਰ ਦੇ ਇੱਕ ਪਰਿਵਾਰ ਦੇ ਮੈਂਬਰ ਨੂੰ ਜ਼ੁਕਾਮ ਲੱਗਿਆ, ਇਹਦਾ ਮਤਲਬ ਨਹੀਂ ਹੈ ਵੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਜ਼ੁਕਾਮ ਲੱਗੂਗਾ। ਵਾਇਰਸ ਨੇ ਇੱਕ ਪਰਿਵਾਰ ਦੇ ਵਿੱਚ ਕਿਤੇ ਘਰ ਬਣਾਇਆ, ਇੱਕ ਬੰਦੇ ਦੀ ਇਮਿਊਨਿਟੀ ਉਸ ਲੈਵਲ ਤੱਕ ਨਹੀਂ ਪਹੁੰਚੀ, ਉਹਦੇ ਅੰਦਰ ਇਨਫੈਕਸ਼ਨ ਉਸ ਲੈਵਲ ਤੇ ਪਹੁੰਚ ਗਈ ਤਾਂ ਬੰਦਾ ਦੀ ਡੈਥ ਹੋ ਗਈ ਹੈ। ਪਰ ਜੇ ਦੂਜੇ ਪਰਿਵਾਰ ਦੇ ਮੈਂਬਰਾਂ ਨੇ ਹਲੇ ਆਪਣਾ ਡਿਸਟੈਂਸ ਬਣਾ ਕੇ ਰੱਖਿਆ, ਇਨਫੈਕਸ਼ਨ ਪਹੁੰਚੀ ਨਹੀਂ ਹੈ, ਜੇ ਪਹੁੰਚੀ ਵੀ ਹੈ ਤਾਂ ਉਹਨਾਂ ਦੇ ਅੰਦਰ ਬੋਡੀ ਦੇ ਵਿੱਚ ਸੈੱਲ ਤਿਆਰ ਹੋ ਗਏ ਨੇ, ਉਹਨਾਂ ਦੀ ਇਨਫੈਕਸ਼ਨ ਜਦ ਤੱਕ ਉਸ ਲੈਵਲ ਤੇ ਪਹੁੰਚੀ ਜਿੱਥੇ ਕਿ ਮਾਰੂ ਲੈਵਲ ਤੇ ਪਹੁੰਚਣਾ ਸੀਗਾ, ਪਹਿਲੇ ਵਾਇਰਸ ਦੱਬਿਆ ਗਿਆ, ਉਹ ਏਸਿਮਟੋਮੈਟਿਕ ਵੀ ਹੋ ਸਕਦੇ ਆ, ਉਹਨਾਂ ਦੇ ਵਿੱਚ ਹੁਣ ਪੋਜ਼ਿਟਿਵ ਨਹੀਂ ਹੈ ਤੇ ਬਾਅਦ 'ਚ ਪੋਜ਼ਿਟਿਵ ਆ ਸਕਦੇ ਆ, ਜਾਂ ਹੋ ਸਕਦਾ ਪੋਜ਼ਿਟਿਵ ਨਾ ਹੀ ਆਉਣ। ਤਾਂ ਇਹ ਅਸੀਂ ਇਸੇ ਗੱਲ 'ਤੇ ਤਾਂ ਕਹਿ ਰਹੇ ਹਾਂ, ਮੈਂ ਜਿਵੇਂ ਗੱਲ ਕਹੀ ਵੀ 2 ਤੇ 2 4 ਨਹੀਂ ਹੋ ਸਕਦਾ, ਇੱਥੇ 2 ਤੇ 2 ਸਵਾ 4 ਵੀ ਹੋ ਸਕਦਾ ਤੇ ਪੌਣੇ 4 ਵੀ ਹੋ ਸਕਦਾ। ਜਦੋਂ ਤੱਕ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਹਾਂ, ਮੈਡੀਕਲ ਫੀਲਡ ਦੇ ਬਹੁਤ ਗੁੱਝੇ ਭੇਦ ਨੇ,
ਅਸੀਂ ਵੀ ਉਸ ਲੈਵਲ ਦੇ ਉੱਤੇ ਜੇ ਮੈਂ ਅਸੀਂ ਕਹਿ ਦਈਏ ਕੋਈ ਡਾਕਟਰ ਕਹਿ ਸਕਦਾ ਹੋਵੇ ਵੀ ਮੈਂ ਸਾਰੀਆਂ ਗੱਲਾਂ ਜਾਣਦਾ, ਐਸਾ ਕੁਝ ਨਹੀਂ ਹੈ। ਅਸੀਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹਾਲੇ ਰੱਬ ਦੇ ਭੇਦਾਂ ਦੇ ਬਾਰੇ 'ਚ ਅਸੀਂ ਹਾਲੇ ਲੱਗੇ ਹੋਏ ਆ ਉਹ ਕਰਨ ਵਾਸਤੇ। ਸੋ ਬੇਸਿਕਲੀ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਤੁਹਾਡਾ ਸੋਸ਼ਲ ਡਿਸਟੈਂਸਿੰਗ, ਤੁਹਾਡਾ ਮਾਸਕ ਪਾ ਕੇ ਤੁਰਨਾ, ਤੁਹਾਡਾ ਲੋਕਾਂ ਤੋਂ ਦੂਰ ਰਹਿ ਕੇ ਉਹ ਕੰਮ ਕਰਨਾ, ਜਿੰਨੀ ਤੁਸੀਂ ਦੇਰੀ ਤੱਕ ਇਹ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਦ ਤੱਕ ਇਨਫੈਕਸ਼ਨ ਹੋਣ ਦੇ ਚਾਂਸਸ ਵੱਧ ਨੇ। ਹਾਂ 100% ਇਨਫੈਕਸ਼ਨ ਹੋਣੀ ਚਾਹੀਦੀ ਹੈ, ਐਸਾ ਵੀ ਕੁਝ ਨਹੀਂ ਹੈ, ਤੇ ਨਹੀਂ ਹੋਣੀ ਚਾਹੀਦੀ ਐਸਾ ਵੀ ਕੁਝ ਨਹੀਂ ਹੈ। ਜੇ ਇਸ ਤਰ੍ਹਾਂ ਇਕੱਠ ਕਰਨ ਦੇ ਨਾਲ ਇਨਫੈਕਸ਼ਨ ਵੱਧਦੀ ਹੈ ਜੀ ਤੇ ਸਰਕਾਰਾਂ ਵੱਲੋਂ ਵਪਾਰ ਵੀ ਬੰਦ ਕਰਾਏ ਜਾਂਦੇ, ਹੋਰ ਕਰੇ, ਪਰ ਦੇਖਿਆ ਜਾਂਦਾ ਵੀ ਜਿਹੜੇ ਹਸਪਤਾਲ ਆ ਉੱਥੇ ਮਰੀਜ਼ਾਂ ਦਾ ਅੱਜ ਵੀ ਬੁਰਾ ਇਕੱਠ ਹੋ ਰਿਹਾ, ਜਦਕਿ ਸਭ ਤੋਂ ਵੱਧ ਤੁਹਾਨੂੰ ਇਸ ਬਾਰੇ ਨੌਲੇਜ ਹੈ ਡਾਕਟਰਾਂ ਨੂੰ, ਤੇ ਛੋਟੇ ਹੀ ਵਾਰਡ ਦੇ ਵਿੱਚ ਇਕੱਠ ਹੋ ਰਿਹਾ, ਮਰੀਜ਼ ਇੱਕ ਦੂਜੇ ਦੇ ਵਿੱਚ ਵੱਜ ਰਿਹਾ, ਉਹਨਾਂ ਦਾ ਕਦੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਖਾਸ ਕਰ ਸਰਕਾਰੀ ਹਸਪਤਾਲਾਂ ਦੇ ਵਿੱਚ ਲੈਣਾ ਲੱਗੀਆਂ ਪਈਆਂ। ਫਿਰ ਉੱਥੇ ਜਿਹੜੀ ਇਹ ਚੀਜ਼ ਦਾ ਧਿਆਨ ਕੀਤਾ ਜੀ ਸਰ ਦੇਖੋ 30 ਕੇਸ ਸੀ ਮਾਰਚ ਦੇ ਮਹੀਨੇ ਵਿੱਚ ਪੂਰੇ ਇੰਡੀਆ ਵਿੱਚ, ਅੱਜ 30 ਲੱਖ ਤੋਂ ਉੱਤੇ। ਇਹ 30 ਤੋਂ 30 ਲੱਖ ਤੱਕ ਪਹੁੰਚਣ ਵਾਸਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਸਿਸਟਮ ਜ਼ਿੰਮੇਵਾਰ ਹੈ, ਕੋਈ ਨਾ ਕੋਈ ਸਾਡੀ ਗਲਤੀ ਜ਼ਿੰਮੇਵਾਰ ਹੈ, ਜਿਹਦੇ ਵਿੱਚ ਇਹ ਇੱਕ ਕਾਰਨ ਹੈ। ਅਸੀਂ ਪ੍ਰਾਈਵੇਟ ਹਸਪੀਟਲ ਵਾਲੇ ਡਾਕਟਰ ਨੇ ਇੱਕ ਵਾਰੀ OPD ਬੰਦ ਕਰਨ ਦਾ ਫੈਸਲਾ ਕੀਤਾ ਸੀ। ਸਾਰੇ ਬੰਦੇ ਕਹਿ ਰਹੇ ਸੀ ਡਾਕਟਰ ਭਗੌੜੇ ਆ, ਡਾਕਟਰ ਹੁਣ ਕੰਮ ਵੇਲੇ ਹੁਣ ਭੱਜ ਗਏ, ਹੁਣ ਮੈਦਾਨ ਛੱਡ ਕੇ ਭੱਜ ਗਏ, ਐਸਾ ਕੁਝ ਨਹੀਂ ਸੀਗਾ। ਅਸੀਂ ਇਸੇ ਲਈ ਬੰਦ ਕੀਤਾ ਸੀ ਵੀ ਐਮਰਜੈਂਸੀ ਹੈ ਆਓ, ਜੇ ਨਹੀਂ ਐਮਰਜੈਂਸੀ ਹੈ ਪਲੀਜ਼ ਘਰ ਰਹੋ, ਕਿਉਂਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ। ਦੇਖਣ ਵਿੱਚ ਆਇਆ ਇੱਕ ਮਰੀਜ਼ ਦੇ ਨਾਲ 5-5 ਜਾਣੇ ਆਉਂਦੇ ਆ, ਫਿਰ ਉਹ ਮਾਸਕ ਨਹੀਂ ਪਾਉਂਦੇ, ਉਹ ਆਪਣੇ ਹੱਥਾਂ ਦੀ ਕਲੀਨਲੀਨੈਸ ਦਾ ਧਿਆਨ ਨਹੀਂ ਰੱਖਦੇ, ਉਹਨਾਂ ਦੇ ਕੋਲ ਕੋਈ ਸੈਨੀਟਾਈਜ਼ਰ ਨਹੀਂ ਹੁੰਦਾ। ਹਸਪੀਟਲ ਦੇ ਸੈਨੀਟਾਈਜ਼ਰ ਹੈ, ਜੇ ਅਸੀਂ ਉਹਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਮੈਨੂੰ ਲੋੜ ਨਹੀਂ ਹੈ, ਜੇ ਅਸੀਂ ਕਹਿੰਦੇ ਮਾਸਕ ਲੈ ਲਓ ਨਹੀਂ ਲੋੜ ਹੈ। ਬਹੁਤ ਵਾਰੀ ਮੈਂ ਪ੍ਰਾਈਵੇਟ ਹਸਪੀਟਲ ਚਲਾ ਰਿਹਾ, ਮੈਂ 12-13 ਸਾਲ ਗਵਰਨਮੈਂਟ ਜੌਬ ਕੀਤੀ ਹੈ। ਅੱਜ ਪ੍ਰਾਈਵੇਟ ਹਸਪੀਟਲ ਦੇ ਵਿੱਚ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਸੀ, ਉਹਨੂੰ ਕਹਿੰਦੇ ਬਾਈ ਜੀ ਮਾਸਕ ਪਾਓ, ਉਹ ਕਹਿੰਦਾ ਮੇਰੀ ਪਰਚੀ ਮੋੜ ਦਿਓ, ਮੈਂ ਨਹੀਂ ਮਰੀਜ਼ ਦਿਖਾਉਣਾ। ਅਸੀਂ ਕਹਿੰਦੇ ਠੀਕ ਹੈ ਜੀ, ਪਰਚੀ ਬਣਾ ਕੇ ਲੈ ਜਾਓ, ਕਿਤੇ ਹੋਰ ਦਿਖਾ ਲਓ, ਪਰ ਅਸੀਂ ਸਰਕਾਰ ਦੇ ਹੁਕਮਾਂ ਦੀ ਅਦੂਲੀ ਨਹੀਂ ਕਰਾਂਗੇ। ਬੜੇ ਲੋਕ ਸਾਡੇ ਨਾਲ ਨਾਰਾਜ਼ ਹੋ ਕੇ ਜਾਂਦੇ ਆ। ਤੁਸੀਂ ਦੇਖੋ ਜਿਹੜਾ ਬੰਦਾ ਮਰੀਜ਼ ਦਿਖਾਉਣ ਆਇਆ, ਘਰੋਂ ਸੋਚ ਕੇ ਚੱਲਿਆ ਹੋਣਾ ਮੈਂ ਇਸ ਹਸਪੀਟਲ ਜਾਣਾ, ਆ ਕੇ ਉਹਨੂੰ ਪਤਾ ਵੀ ਹੈ ਵੀ ਮੈਂ ਪਹੁੰਚਿਆ ਵੀ ਹਾਂ, ਖੱਜਲ ਖੁਆਰ ਹੋ ਕੇ ਪਹੁੰਚਿਆ ਵੀ ਹੈ, ਸਿਰਫ ਇਸ ਗੱਲ ਤੇ ਅੜ ਗਿਆ ਵੀ ਮੈਂ ਮਾਸਕ ਨਹੀਂ ਪਾਉਣਾ, ਮੇਰੀ ਪਰਚੀ ਦੇ ਪੈਸੇ ਵਾਪਸ ਕਰੋ, ਮੈਂ ਤੁਹਾਨੂੰ ਮਰੀਜ਼ ਨਹੀਂ ਦਿਖਾਉਣਾ। ਇਹ ਅੜੀਅਲ ਤੇ ਜਿੱਦੀ ਰਵੱਈਆ ਲੋਕਾਂ ਦਾ, ਦੇਖੋ ਮੈਂ ਸਮਝਦਾ ਸਰਕਾਰ ਤੋਂ ਅਸੀਂ ਉਮੀਦ ਰੱਖਦੇ ਹਾਂ ਸਰਕਾਰ ਸਾਡੇ ਸਾਰੇ ਮਸਲੇ ਹੱਲ ਕਰੇ, ਪਰ ਸਰਕਾਰ ਦੇ ਵਿੱਚ ਆਫਟਰ ਆਲ ਕੁਝ ਸਾਡੇ % ਲੋਕ ਨੇ ਜਿਹੜੇ ਸਰਕਾਰ 'ਚ ਕੰਮ ਕਰ ਰਹੇ ਨੇ, ਜਿਨ੍ਹਾਂ ਵਿੱਚ ਸਾਡੇ ਪੁਲਿਸ ਵਾਲੇ ਵਰਕਰ ਕੰਮ ਕਰ ਰਹੇ ਨੇ, ਸਾਡੇ ਸਿਹਤ ਕਾਮੇ ਕੰਮ ਕਰ ਰਹੇ ਨੇ। ਸਾਰੇ ਸ਼ਹਿਰ ਦੇ ਵਿੱਚ ਤੁਸੀਂ ਲਾ ਕੇ ਦੇਖੋ, ਜੇ 1 ਲੱਖ ਦੀ ਆਬਾਦੀ ਹੈ ਸਾਡੇ ਸ਼ਹਿਰ ਦੀ, 1 ਲੱਖ ਦੀ ਆਬਾਦੀ ਵਿੱਚ ਕਿੰਨੇ ਹਸਪੀਟਲ ਦੇ ਵਿੱਚ ਕੰਮ ਕਰ ਰਹੇ ਆ? 50-60। ਕਿੰਨੇ ਪੁਲਿਸ ਵਾਲੇ ਕੰਮ ਕਰ ਰਹੇ ਨੇ? 25-30। ਤੁਸੀਂ 100 ਬੰਦਿਆਂ ਤੋਂ 1 ਲੱਖ ਬੰਦੇ ਦੀ ਸਿਕਿਉਰਿਟੀ ਆਪਾਂ ਲੱਭ ਰਹੇ ਹਾਂ, ਤੇ ਕਿਉਂ ਨਹੀਂ ਉਹ 1 ਲੱਖ ਬੰਦਾ ਸਾਡੇ ਨਾਲ ਕੋਆਪਰੇਟ ਕਰਦਾ, ਸਰਕਾਰ ਨਾਲ ਕੋਆਪਰੇਟ ਕਰਦਾ? ਅਸੀਂ ਜਦੋਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਨੂੰ ਕਹਿੰਦੇ ਹਾਂ, ਅਸੀਂ ਆਪਣੀਆਂ ਬਾਹਰ ਚੇਅਰ ਜਿਹਨਾਂ ਨੂੰ ਕਹਿੰਦੇ ਹਾਂ ਇੱਕ ਮਰੀਜ਼ ਦੇ ਨਾਲ 5-5 ਜਾਣੇ ਨਾ ਆਓ, ਸਾਡੇ ਨਾਲ ਗੁੱਸਾ ਹੁੰਦੇ ਨੇ, ਉਹ ਫਿਰ ਜਿੰਦਾਬਾਦ ਮੁਰਦਾਬਾਦ ਤੱਕ ਪਹੁੰਚ ਜਾਂਦੇ ਆ, ਫਿਰ ਉਹ ਧਰਨੇ ਲਗਾਉਣ ਤੱਕ ਪਹੁੰਚ ਜਾਂਦੇ ਆ। ਤਾਂ ਮੇਰੀ ਸਾਰਿਆਂ ਨੂੰ ਅਪੀਲ ਹੈ, ਇਸ ਨੂੰ ਮੈਂ ਮੰਨਦਾ ਸਰਕਾਰ ਦਾ ਵੀ ਫਰਜ਼ ਬਣਦਾ। ਅੱਜ ਮੇਰੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਮੇਰੇ ਕਜ਼ਨ ਦੀ ਡੈਥ ਹੋਈ ਹੈ, CMC ਤੋਂ ਉਹਨਾਂ ਨੂੰ ਉਹਦੀ ਬੋਡੀ ਲੈ ਕੇ ਫਰੀਦਕੋਟ ਗਏ ਨੇ। ਮੈਂ ਮੇਰੇ ਫਸਟ ਕਜ਼ਨ ਹੈ, ਮੇਰੇ ਮਾਸੀ ਦਾ ਬੇਟਾ, ਮੈਂ ਉੱਥੇ ਨਹੀਂ ਜਾ ਪਾਇਆ ਬਿਕੋਜ਼ ਸੋਸ਼ਲ ਡਿਸਟੈਂਸਿੰਗ ਕਰਕੇ ਅਸੀਂ ਪਰਿਵਾਰ ਵਾਲਾ ਇਕੱਠ ਨਹੀਂ ਕੀਤਾ। ਅੱਜ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਤੁਸੀਂ ਸਿਵਲ ਹਸਪੀਟਲ ਵਿੱਚ ਇਨਫੋਰਮ ਕੀਤਾ? ਕਹਿੰਦੇ ਹਾਂਜੀ ਇਨਫੋਰਮ ਕੀਤਾ। ਉੱਥੇ ਤਹਿਸੀਲਦਾਰ ਸਾਹਿਬ ਤੇ ਨਾਲ ਹੋਰ ਜਿਹੜੇ ਕੋਈ ਬੰਦੇ ਨੇ ਉਹ ਆ ਰਹੇ ਨੇ, ਹਸਪੀਟਲ ਦੇ ਵਰਕਰ ਆ ਰਹੇ ਨੇ ਸਾਡੇ ਵਾਸਤੇ। ਉਹਨਾਂ ਨੇ ਜਿਹੜੇ 4 ਬੰਦੇ ਉੱਥੇ ਬੋਡੀ ਲੈ ਕੇ ਚੱਲੇ ਆ, PPE ਕਿੱਟਾਂ ਦਿੱਤੀਆਂ ਗਈਆਂ ਨੇ, ਉੱਥੇ PPE ਕਿੱਟਾਂ ਲੈ ਕੇ ਪਹੁੰਚ ਰਹੇ ਆ ਵੀ ਜਿਹਨੇ ਵੀ ਕਿਤੇ ਨੇੜੇ ਹੋ ਕੇ ਸੰਸਕਾਰ ਵੇਲੇ ਜਾਣਾ ਹੋਊਗਾ ਤਾਂ PPE ਕਿੱਟਾਂ ਪਾ ਕੇ ਉਹਨਾਂ ਨੂੰ ਉਹ ਕਰਨਗੇ। ਕਿਉਂਕਿ ਮੈਂ ਸਮਝਦਾ ਸਰਕਾਰ ਕਰ ਰਹੀ ਹੈ, ਕਿਤੇ ਸਰਕਾਰ ਨਹੀਂ ਕੰਮ ਕਰ ਰਹੀ। ਜੇ ਇੱਕ ਸਿੰਪਲ ਇੱਕ ਬੰਦੇ ਦੀ ਡੈਥ ਹੋਈ ਹੈ, ਉਹ ਕੋਈ ਅਫੀਸਰ ਨਹੀਂ ਆਇਆ, ਕੋਈ ਸੁਤੰਤਰ ਦਾ ਸੈਨਾਨੀ ਨਹੀਂ ਹੈ, ਉਹ ਵਿਚਾਰਾ ਇੱਕ ਰਿਟਾਇਰਡ ਬੰਦਾ ਸੀਗਾ, ਉਹਦੀ ਖਾਤਰ ਜੇ ਉੱਥੇ ਤਹਿਸੀਲਦਾਰ ਸਾਹਿਬ ਪਹੁੰਚ ਰਹੇ ਨੇ ਤੇ ਉਹ PPE ਕਿੱਟਾਂ ਲੈ ਕੇ ਪਹੁੰਚ ਰਹੇ ਨੇ, ਇਹਦਾ ਮਤਲਬ ਸਰਕਾਰ ਵੱਲੋਂ ਆਪਣੀ ਐਫਰਟ ਜਾਰੀ ਹੈ। ਜਿਹੜੀ ਸਰਕਾਰ ਵੱਲੋਂ ਐਫਰਟ ਜਾਰੀ ਹੈ, ਪਰ ਲੋਕਾਂ ਦੇ ਦਿਮਾਗ 'ਚ ਅੱਜ ਇਹ ਹੈ ਵੀ ਸਰਕਾਰ ਵੱਲੋਂ ਸਿਰਫ ਇਹ ਐਫਰਟ ਜਾਰੀ ਹੈ ਵੀ ਵੱਧ ਤੋਂ ਵੱਧ ਪੋਜ਼ਿਟਿਵ ਕੇਸ ਕੱਢੇ ਜਾਣ, ਕਿਉਂਕਿ ਸੁਣਿਆ ਹੈ ਵੀ ਉਹਨਾਂ ਸੈਂਟਰ ਦੇ ਵਿੱਚੋਂ ਫੰਡ ਆ ਰਿਹਾ 3.5 ਲੱਖ ਰੁਪਏ ਪਰ ਮਰੀਜ਼ ਮੰਗ ਰਿਹਾ।
ਕਈ ਵੀਡੀਓ ਵੀ ਵਾਇਰਲ ਹੋ ਰਹੀਆਂ ਵੀ ਆਸ਼ਾ ਵਰਕਰਾਂ ਨੂੰ ਹੁਕਮ ਦਿੱਤੇ ਗਏ ਵੀ ਤੁਸੀਂ ਆਪਦੇ ਆਪਦੇ ਵਾਰਡ ਦੇ ਵਿੱਚੋਂ 2-2 3-3 ਪੇਸ਼ੈਂਟ ਜ਼ਰੂਰ ਲੈ ਕੇ ਆਓ ਰੋਜ਼, ਉਹਨਾਂ ਦੇ ਜਾਂਚ ਕਰਾਓ। ਪੋਜ਼ਿਟਿਵ ਕੇਸ ਜਿੰਨੇ ਵਧਾ ਰਹੀ ਹੈ ਸਰਕਾਰ, ਲੋਕਾਂ ਦੇ ਦਿਮਾਗ 'ਚ ਇਹ ਹੈ ਵੀ ਉਹ ਜਾਣਬੁੱਝ ਕੇ ਵਧਾ ਰਹੀ ਹੈ ਤਾਂ ਕਿ ਉਹ ਫੰਡ ਇਕੱਠਾ ਕਰ ਸਕੇ। ਨਹੀਂ ਸਰ, ਇਹ ਨਾ ਇੱਕ ਬਹੁਤ ਵੱਡੀ ਗਲਤਫਹਿਮੀ ਹੈ। ਇਹਨੂੰ ਅਸੀਂ ਇੱਕ ਸ਼ਬਦ ਯੂਜ਼ ਕਰਦੇ ਹਾਂ, ਮਿਸਕਮਿਊਨੀਕੇਸ਼ਨ, ਮਤਲਬ ਗਲਤ ਤਰੀਕੇ ਨਾਲ ਚੀਜ਼ ਨੂੰ ਲੈਣਾ। ਦੇਖੋ, ਆਸ਼ਾ ਵਰਕਰ ਜਾਂ ਸਰਕਾਰ ਦੇ ਸਿਹਤ ਕਾਮਿਆਂ ਨੂੰ ਜਦੋਂ ਕੋਈ ਡਾਕਟਰ ਜਾਂ ਸਿਵਲ ਸਰਜਨ ਸਾਹਿਬ ਇਹ ਗੱਲ ਕਹਿੰਦੇ ਆ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਕੇਸਸ ਨੂੰ ਲੈ ਕੇ ਆਓ ਤਾਂ ਕਿ ਟੈਸਟ ਵੱਧ ਕੀਤੇ ਜਾਣ। ਇੱਕ ਸਮਾਂ ਸੀ ਸਾਡੀ ਟੈਸਟ ਕਰਨ ਦੀ ਕੈਪੈਸਿਟੀ ਘੱਟ ਸੀ, ਅਸੀਂ ਕਿੱਟਾਂ ਬਾਹਰੋਂ ਮੰਗਵਾ ਰਹੇ ਸੀ। ਅੱਜ ਦੀ ਘੜੀ ਸਾਡੇ ਕੋਲੇ ਕਿੱਟਾਂ ਆਪਣੇ ਦੇਸ਼ ਵਿੱਚ ਨਿਰਮਾਣ ਹੋਣ ਲੱਗ ਗਿਆ, ਸਾਡੇ ਕੋਲੇ ਬਹੁਤ ਮਾਤਰਾ ਵਿੱਚ ਕਿਟਸ ਆ ਗਈਆਂ। ਅਸੀਂ ਕੀ ਚਾਹੁੰਦੇ ਹਾਂ, ਸਰਕਾਰ ਕੀ ਚਾਹੁੰਦੀ ਹੈ ਕਿ ਮੈਕਸਿਮਮ ਲੈਵਲ ਤੇ ਟੈਸਟ ਕੀਤੇ ਜਾਣ ਤਾਂ ਕਿ ਜਿਹੜੇ ਪੋਜ਼ਿਟਿਵ ਕੇਸਿਸ ਆ ਉਹਨਾਂ ਨੂੰ ਘਰੋਂ ਘਰੀ ਰੋਕ ਦਿੱਤਾ ਜਾਵੇ ਤਾਂ ਕਿ ਅੱਗੇ ਇਸ ਬਿਮਾਰੀ ਨਾ ਫੈਲੇ। ਤਾਂ ਉਦੋਂ ਅਸੀਂ ਉਹਨਾਂ ਦਾ ਇੱਕ ਪੋਜ਼ਿਟਿਵ ਐਟੀਟਿਊਡ ਸਿਸਟਮ ਵਿੱਚ ਕੀ ਗੱਲ ਕਰਦੇ ਹਾਂ ਕਿ ਵੱਧ ਤੋਂ ਵੱਧ ਟੈਸਟ ਕੀਤੇ ਜਾਣ, ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਹ ਨਹੀਂ ਹੈ ਕਿ ਵੱਧ ਤੋਂ ਵੱਧ ਅਸੀਂ ਪੋਜ਼ਿਟਿਵ ਜਾਣਬੁੱਝ ਕੇ ਕੱਢਣੇ ਆ। ਬੇਸਿਕਲੀ ਜਿੰਨੇ ਟੈਸਟ ਵੱਧ ਹੋਣਗੇ ਉਨੇ ਹੀ ਸਾਡੇ ਪੋਜ਼ਿਟਿਵ ਕੇਸ ਨਿਕਲਣਗੇ। ਅਸੀਂ ਉਹਨਾਂ ਨੂੰ ਉੱਥੇ ਰੋਕਿਆ ਜਾ ਸਕਦਾ, ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਮਿਲਣ ਤੋਂ ਰੋਕਿਆ ਜਾ ਸਕਦਾ। ਜੇ ਵੱਧ ਟੈਸਟ ਕੀਤੇ ਜਾਣਗੇ ਤਾਂ ਉਹਨਾਂ ਦੇ ਪਰਿਵਾਰਾਂ ਦੀ ਰਾਖੀ ਹੋਣੀ ਹੈ। ਜੇ ਸਰਕਾਰਾਂ ਨੇ ਪੋਜ਼ਿਟਿਵ ਕੇਸ ਕਰੋਨਾ ਦੇ ਰੋਕਥਾਮ ਹੋਣੀ ਸੀ ਤਾਂ ਜੋ ਲੋਕਾਂ ਨੂੰ 40 ਦਿਨ ਘਰਾਂ 'ਚ ਬੰਦ ਰੱਖਿਆ ਜੀ, ਇਟਸ ਮੀਨ ਕਲੀਅਰ ਹੋ ਗਿਆ ਸੀ ਕਰੋਨਾ ਹੈ ਨਹੀਂ ਕਿਸੇ ਨੂੰ। ਕਰੋਨਾ ਆਇਆ ਬਾਹਰੋਂ ਆਇਆ, ਫਿਰ ਸਰਕਾਰ ਨੇ ਬਾਹਰ ਸਰਦਮ ਕਿਉਂ ਨਹੀਂ ਸੀਲ ਕਰਿਆ, ਬਾਹਰੋਂ ਆਵਾਜਾਈ ਕਿਉਂ ਚਾਲੂ ਰੱਖੀ? ਦੇਖੋ, ਇਹ ਜੇ ਆਪਣਾ ਸ਼ਹਿਰ ਵੀ ਲਾ ਲਓ, ਜੇ ਉਹਨੂੰ ਸੀਲ ਕੀਤਾ ਜਾਂਦਾ ਤਾਂ ਇੱਕ ਸ਼ਹਿਰ ਤਾਂ ਬਚ ਜਾਂਦਾ। ਸਰਕਾਰ ਨੇ ਉੱਥੇ ਕਿਉਂ ਨਹੀਂ ਤਿਆਰ ਰੱਖਿਆ? ਦੇਖੋ, ਇਸ ਤਰ੍ਹਾਂ ਹੈ ਜੀ ਗੱਲ ਵੀ ਜਦੋਂ ਤੱਕ ਇਹ ਸਾਰੇ ਗੱਲ ਦੇ ਬਾਰੇ 'ਚ ਸਮਝ ਪਈ ਵੀ ਇਹਨੂੰ ਬੇਸਿਕਲੀ ਪਹਿਲਾਂ ਤਾਂ ਇਹ ਨਹੀਂ ਸਮਝ ਪੈ ਰਿਹਾ ਵੀ ਇਹ ਸਿਸਟਮ ਕਿਸ ਤਰ੍ਹਾਂ ਚੱਲੂਗਾ। ਜਦ ਤੱਕ ਸਮਝ ਪਈ, ਸਰਕਾਰ ਨੇ ਆਪਦੇ ਲੈਵਲ ਦੇ ਉੱਤੇ ਕਾਫੀ ਹੱਦ ਤੱਕ ਉਹ ਕੀਤਾ। ਪਹਿਲਾਂ ਤਾਂ ਉਹਨਾਂ ਨੇ ਕੱਲੀਆਂ 에ਅਰਪੋਰਟ ਦੇ ਉੱਤੇ ਟੈਸਟਿੰਗ ਸੈਂਟਰ ਬਣਾਏ ਔਰ ਕੰਟਰੀ ਨੂੰ ਸਾਰਿਆਂ ਨੂੰ ਸੀਲ ਕਰ ਦਿੱਤਾ ਤਾਂ ਕਿ ਅਸੀਂ ਜਿੰਨੇ ਵੀ ਬਾਹਰੋਂ ਲੋਕ ਆ ਰਹੇ ਆ ਸਾਨੂੰ ਰੋਕ ਲਈਏ। ਪਰ ਉੱਤੇ ਰੋਕਣ ਦੇ ਬਾਵਜੂਦ 에ਅਰਪੋਰਟ ਦੇ ਉੱਤੋਂ ਹਵਾਈ ਉਡਾਣਾਂ ਬੰਦ ਕਰਤੀਆਂ, ਲੋਕਾਂ ਦਾ ਆਵਾਜਾਈ ਬੰਦ ਕਰਤੀ, ਉੱਤੇ ਟੈਸਟਿੰਗ ਸੈਂਟਰ ਬਣਾਏ। ਜਿੰਨੇ ਕੁ ਇੱਧਰ ਸਾਡੇ ਦੇਸ਼ ਵਿੱਚ ਲੋਕ ਪਹੁੰਚ ਗਏ ਉਹਨਾਂ ਤੋਂ ਅੱਗੇ ਜਦੋਂ ਫੈਲਣਾ ਸ਼ੁਰੂ ਹੋਇਆ, ਅਲਟੀਮੇਟਲੀ ਇਹ ਆਊਟ ਆਫ ਕੰਟਰੋਲ ਹੁੰਦਾ ਗਿਆ। ਇਹ ਆਊਟ ਆਫ ਕੰਟਰੋਲ ਹੋਣ ਵਿੱਚ ਅਸੀਂ ਸਰਕਾਰ ਦੀ ਨਾਕਾਮੀ ਸਾਬਤ ਕਰ ਰਹੇ ਹਾਂ। ਅਸੀਂ ਇਸ ਗੱਲ ਨੂੰ ਵੀ ਸਾਬਤ ਕਰ ਰਹੇ ਕਿ ਸਾਡੇ ਲੋਕਾਂ ਨੇ ਡੰਡੇ ਖਾ ਖਾ ਕੇ ਪੁਲਿਸ ਮੁਲਾਜ਼ਮਾਂ ਤੋਂ ਉਹਦੇ ਬਾਵਜੂਦ ਵੀ ਉਹਨਾਂ ਨੇ ਮਤਲਬ ਆਪਣੇ ਘਰੇ ਰਹਿਣਾ ਮੁਨਾਸਿਬ ਨਹੀਂ ਸਮਝਿਆ। ਮਤਲਬ ਮੇਰੇ ਹਿਸਾਬ ਨਾਲ ਅਸੀਂ ਇਹੋ ਜਿਹੇ ਹਾਲਾਤ ਵੀ ਵਾਪਰੇ ਨੇ ਜਿੱਥੇ ਪੁਲਿਸ ਵਾਲਿਆਂ ਨੇ ਲੋਕਾਂ ਦੇ ਡੰਡੇ ਮਾਰੇ। ਅਸੀਂ ਉਹਨਾਂ ਨੂੰ ਜਾ ਕੇ ਪੁਲਿਸ ਦੀ ਸਰੋਤਾ ਕੀਤੀ, ਉਹਨਾਂ ਦੇ ਗਲਾਂ 'ਚ ਹਾਰ ਪਾਇਆ ਵੀ ਤੁਸੀਂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ। ਤੁਸੀਂ ਸੋਚੋ, ਜੇ ਸਾਡੇ ਲੋਕ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝਦੇ, ਪਹਿਲੇ ਉਹ 40 ਦਿਨ ਜਦੋਂ ਸਰਕਾਰ ਨੇ ਸਭ ਕੁਝ ਬੰਦ ਕੀਤਾ ਸੀ ਉਦੋਂ ਹੀ ਬੰਦ ਕਰ ਦਿੱਤਾ ਜਾਂਦਾ, ਵਲੰਟਰੀ ਤੌਰ ਤੇ ਬੰਦ ਕੀਤਾ ਜਾਂਦਾ, ਸਾਨੂੰ ਅੱਜ ਦੇ ਹਾਲਾਤ ਦੇਖਣੇ ਨਾ ਪੈਂਦੇ। ਕਿਤੇ ਨਾ ਕਿਤੇ ਬਾਰ-ਬਾਰ ਰੋਕਣ ਦੇ ਬਾਵਜੂਦ ਇਹਦਾ ਪਾਣੀ ਵਾਂਗੂ ਸੀ। ਬਹੁਤ ਸਾਰੀਆਂ ਟੈਂਕੀ ਦੀ ਮੋਰੀਆਂ ਸੀ, ਅਸੀਂ ਸਰਕਾਰ ਨੇ ਬੜੀ ਜਗ੍ਹਾ ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਹਰ ਮੋਰੀ ਵਿੱਚੋਂ ਬੂੰਦਾਂ ਕੱਢਦੇ ਗਏ। ਅਲਟੀਮੇਟਲੀ ਸਾਡੀ ਪਾਣੀ ਦੀ ਟੈਂਕੀ ਖਾਲੀ ਹੁੰਦੀ ਗਈ। ਹੁਣ ਅਸੀਂ ਹਾਲਾਤ ਇਸ ਪਹੁੰਚੇ ਹੋਏ ਹਾਂ, ਅਸੀਂ ਅਸੁਰੱਖਿਅਤ ਘਿਰੇ ਹੋਏ ਹਾਂ। ਸਾਡੇ ਪਿੰਡਾਂ ਵਿੱਚ ਜਿਹੜਾ ਹੈਗਾ ਹਰ ਜਗ੍ਹਾ ਤੇ ਪਿੰਡ ਘਰ ਇਹ ਬਿਮਾਰੀ ਪਹੁੰਚ ਚੁੱਕੀ ਹੈ ਔਰ ਪੰਜਾਬ ਦੇ ਵਿੱਚ ਡੈਥ ਰੇਟ ਇਸ ਹੱਦ ਤੱਕ ਪਹੁੰਚ ਗਿਆ ਕਿ ਡੇਲੀ ਦੀਆਂ 100 ਡੈਥਸ ਦੇ ਕਰੀਬ ਅਸੀਂ ਪਹੁੰਚ ਗਏ। 100 ਡੈਥ ਡੇਲੀ ਹੋ ਰਹੀਆਂ। ਹੁਣ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ, ਕੀ ਸਾਵਧਾਨੀਆਂ ਨੇ ਜਿਨ੍ਹਾਂ ਨੂੰ ਵਰਤ ਕੇ ਇਸ ਨੂੰ ਤੋਂ ਬਚਿਆ ਜਾ ਸਕਦਾ? ਸਰ ਦੇਖੋ, ਕੰਟਰੋਲ ਕਰਨ ਦਾ ਸਮਾਂ ਜਦੋਂ ਸੀ ਉਦੋਂ ਅਸੀਂ ਨਹੀਂ ਕੀਤਾ। ਅੱਜ ਮੈਂ ਕਹਾਂ ਕੰਟਰੋਲ ਕੀਤਾ ਜਾ ਸਕਦਾ ਜਾਂ ਐਰੈਡੀਕੇਟ ਕੀਤਾ ਜਾ ਸਕਦਾ, ਪਹਿਲੀ ਗੱਲ ਤਾਂ ਐਰੈਡੀਕੇਟ ਨਹੀਂ ਕੀਤਾ ਜਾ ਸਕਦਾ, ਇਹ ਬਿਲਕੁਲ ਖਤਮ ਨਹੀਂ ਹੋਏਗਾ। ਇਹਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ ਅਸੀਂ। ਉਸ ਕੰਟਰੋਲ ਕਰਨ ਦੀ ਖਾਤਰ ਜੋ ਹੁਣ ਵੀ ਸਰਕਾਰ ਵੱਲੋਂ ਤਾਮਝਾਮ ਕੀਤਾ ਜਾ ਰਿਹਾ ਉਹ ਸਭ ਕੰਟਰੋਲ ਕਰਨ ਦੀ ਖਾਤਰ ਹੈ। ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਲਈ ਕਿਹਾ ਜਾ ਰਿਹਾ, ਉਹਨਾਂ ਨੂੰ ਮਾਸਕ ਬੰਨ੍ਹਣ ਲਈ ਕਿਹਾ ਜਾ ਰਿਹਾ। ਜੇ ਕੋਈ ਬੰਦਾ ਪੋਜ਼ਿਟਿਵ ਆਉਂਦਾ ਉਹਨੂੰ ਘਰ 'ਚ ਰਹਿਣ ਲਈ ਕਿਹਾ ਜਾ ਰਿਹਾ। ਜੇ ਕੋਈ ਬੰਦਾ ਪੋਜ਼ਿਟਿਵ ਆਉਂਦਾ ਤਾਂ ਉਹਦੇ ਸਾਹ ਉਖੜਨ ਲੱਗ ਗਿਆ, ਉਹਨੂੰ ਲੈਵਲ 1 ਦੇ ਹਸਪੀਟਲ ਵਿੱਚ ਭੇਜਿਆ ਜਾਂਦਾ। ਫਿਰ ਜੇ ਉਹਨੂੰ ਸਾਹ ਫਿਰ ਵੀ ਨਹੀਂ ਆਇਆ ਤਾਂ ਲੈਵਲ 2 ਦੇ ਹਸਪੀਟਲ ਭੇਜਿਆ ਜਾਂਦਾ। ਜੇ ਉਸ ਤੋਂ ਬਾਅਦ ਉਹਨੂੰ ਵੈਂਟੀਲੇਟਰ ਦੀ ਲੋੜ ਹੈ ਤਾਂ ਲੈਵਲ 3 ਦੇ ਹਸਪੀਟਲ ਭੇਜਿਆ ਜਾਂਦਾ। ਅਸੀਂ ਪਰਿਵਾਰ ਦੇ ਬਾਕੀ ਜਿਹੜੇ ਬੰਦੇ ਦੇ ਘਰ 'ਚ ਇੱਕ ਬੰਦਾ ਪੋਜ਼ਿਟਿਵ ਆ ਗਿਆ, ਬਾਕੀ ਪਰਿਵਾਰ ਦੇ ਮੈਂਬਰ ਦਾ ਟੈਸਟ ਕੀਤਾ ਜਾਂਦਾ। ਇਹ ਸਾਰਾ ਕੁਝ ਕੰਟਰੋਲ ਕਰਨ ਲਈ ਹੀ ਸਰਕਾਰ ਆਪਣਾ ਜ਼ੋਰ ਲਾ ਰਹੀ ਹੈ। ਪਰ ਸਰ ਇੱਕ ਗੱਲ ਸਮਝਣ ਦੀ ਜ਼ਰੂਰਤ ਹੈ,
ਹੁਣ ਹਾਲਾਤ ਇਹ ਬਣ ਚੁੱਕੇ ਨੇ, ਸਾਨੂੰ ਇਸ ਬਿਮਾਰੀ ਨਾਲ ਰਹਿਣਾ ਸਿੱਖਣਾ ਪਏਗਾ। ਇਹ ਬਿਮਾਰੀ ਸਾਡੇ ਸਮਾਜ ਵਿੱਚ ਇੱਕ ਤਰ੍ਹਾਂ ਨਾਲ ਐਂ ਹੀ ਚੱਲਣੀ ਹੈ। ਇਹ 4 ਮਹੀਨੇ 6 ਮਹੀਨੇ ਸਾਲ ਪਤਾ ਨਹੀਂ ਕਦ ਤੱਕ ਚੱਲਣੀ ਹੈ। ਹੋ ਸਕਦਾ ਸਦਾ ਲਈ ਰਵੇ, ਹੋ ਸਕਦਾ ਇਹ ਪੁਰਾਣੀਆਂ ਜਿਹੜੇ ਉਹ ਪਲੇਗ ਦੀਆਂ ਬਿਮਾਰੀਆਂ ਵਾਂਗੂ 2 ਸਾਲਾਂ ਨੂੰ 3 ਸਾਲਾਂ ਨੂੰ ਬਿਲਕੁਲ ਖਤਮ ਹੋ ਜਾਏ। ਇਹ ਫਿਊਚਰ ਬਾਰੇ ਕਹਿਣਾ ਬਹੁਤ ਔਖਾ, ਇਹ ਪਰਮਾਤਮਾ ਹੀ ਜਾਣਦਾ ਇਹਦੇ ਬਾਰੇ ਵਿੱਚ। ਪਰ ਮੈਂ ਤੁਹਾਨੂੰ ਕੁਝ ਗੱਲਾਂ ਕਹਿਣੀਆਂ ਚਾਹੁੰਦਾ, ਉਹ ਇਹ ਹੈ, ਹੁਣ ਜਿਵੇਂ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਵੀ ਸਰਕਾਰ ਨੇ ਉਦੋਂ ਬੰਦ ਕੀਤਾ ਤਾਂ ਹੁਣ ਕਿਉਂ ਨਹੀਂ ਬੰਦ ਕੀਤਾ। ਜਿੰਨੀ ਸਿਹਤ ਜ਼ਰੂਰੀ ਹੈ ਉਨੀ ਇਕਨੋਮੀ ਜ਼ਰੂਰੀ ਹੈ। ਜੇ ਕੋਈ ਲੋਕੀ ਬਿਮਾਰੀ ਨਾਲ ਮਰਨਗੇ, ਕੁਝ ਭੁੱਖ ਨਾਲ ਮਰਨਗੇ। ਜੇ ਇਕਨੋਮੀ ਨਹੀਂ ਹੈ, ਸਰਕਾਰ ਕੋਲੇ ਕੁਝ ਨਹੀਂ ਹੈਗਾ, ਤਾਂ ਅਰਾਜਕਤਾ ਫੈਲ ਜਾਣੀ ਹੈ। ਔਰ ਇਸ ਸਾਲ ਤੱਕ ਹਾਲਾਤ ਬਣ ਜਾਣਗੇ, ਲੁੱਟਣ ਮਾਰਨ ਖੋਹਣ ਦੀਆਂ ਘਟਨਾਵਾਂ ਹੋਣਗੀਆਂ। ਇਕਨੋਮੀ ਵਿਗੜਨ ਤੋਂ ਵੀ ਰੋਕਣੀ ਹੈ, ਤੇ ਲੋਕਾਂ ਦੀ ਸਿਹਤ ਵੀ ਬਚਾਉਣੀ ਹੈ। ਇੱਕ ਬੈਲੈਂਸ ਬਣਾ ਕੇ ਚੱਲਣਾ ਹੈ। ਇਸ ਬੈਲੈਂਸ ਬਣਾਉਣ ਵਾਸਤੇ ਮੇਰੀ ਸਾਰਿਆਂ ਨੂੰ ਅਪੀਲ ਹੈ, ਤੁਸੀਂ ਸਰਕਾਰ ਨਾਲ ਕੋਆਪਰੇਟ ਕਰੋ। ਸਰਕਾਰੀ ਹਸਪਤਾਲਾਂ ਦੇ ਬਾਈਕਾਟ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜਿੱਥੇ ਵੱਧ ਤੋਂ ਵੱਧ ਟੈਸਟ ਕਰਵਾਏ ਜਾਣ। ਔਰ ਸਭ ਤੋਂ ਵੱਧ ਗੱਲ ਇਹ ਹੈਗੀ ਹੈ, ਮਾਸਕ ਪਾ ਕੇ ਘਰੋਂ ਬਾਹਰ ਨਿਕਲੋ। ਲੋਕੀ ਆਉਂਦੇ ਨੇ ਹਸਪੀਟਲ, ਸਾਡੇ ਹਸਪੀਟਲ ਐਂਟਰ ਕਰਦੇ ਨੇ, ਮਾਸਕ ਪਾ ਲੈਂਦੇ ਆ, ਨਿਕਲਦਿਆਂ ਸਾਰ ਫਿਰ ਮਾਸਕ ਉਤਾਰ ਦਿੰਦੇ ਆ। ਜਿਵੇਂ ਚੰਡੀਗੜ੍ਹ ਜਾ ਕੇ ਲੋਕੀ ਬੈਲਟ ਲਗਾ ਲੈਂਦੇ ਆ, ਨਿਕਲਦਿਆਂ ਸਾਰ ਹੀ ਬੈਲਟ ਉਤਾਰ ਦਿੰਦੇ ਆ। ਦਿਸ ਇਜ਼ ਵੈਰੀ ਰੋਂਗ ਐਟੀਟਿਊਡ। ਗੱਲ ਕਰਦੇ ਹੋਏ ਜਿਵੇਂ ਆਪਾਂ ਬੈਠੇ ਹਾਂ, ਮੈਂ ਇੱਧਰ ਗੱਲ ਕਰ ਰਿਹਾ, ਤੁਸੀਂ ਵੀ ਇੱਧਰ ਗੱਲ ਕਰ ਰਹੇ ਹੋ, ਅਸੀਂ ਆਮੋ ਸਾਹਮਣੇ ਗੱਲ ਨਹੀਂ ਕਰ ਰਹੇ। ਇਸੇ ਤਰੀਕੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਤੁਹਾਡੇ ਮੂੰਹ ਚੋਂ ਨਿਕਲ ਰਿਹਾ ਸਲਾਈਵਾ, ਥੁੱਕ ਜਾਂ ਜੋ ਵੀ ਕੋਈ ਹਵਾ ਨਿਕਲ ਰਹੀ ਹੈ, ਉਹ ਆਮੋ ਸਾਹਮਣੇ ਨਾ ਆਵੇ। ਖਾਣਾ ਖਾਂਦੇ ਹੋਏ ਵੀ ਬਰਾਬਰ ਸਾਹਮਣੇ ਬੈਠ ਕੇ ਖਾਣਾ ਨਾ ਖਾਓ, ਸਾਈਡ ਵਾਈਜ਼ ਬੈਠ ਕੇ ਖਾਣਾ ਖਾਓ। ਬਾਰ-ਬਾਰ ਆਪਣੇ ਹੱਥ ਸਾਫ਼ ਕਰੋ। ਕਿਸੇ ਨੂੰ ਹੱਥ ਲੱਗ ਗਿਆ, ਕਿਸੇ ਬੰਦੇ ਨਾਲ ਹੱਥ ਮਿਲਾ ਲਿਆ, ਕਿਸੇ ਬੇਗਾਨੀ ਚੀਜ਼ ਨੂੰ ਟੱਚ ਕਰ ਲਿਆ, ਚਾਹੇ ਉਹ ਬੱਸ ਦਾ ਡੰਡਾ, ਚਾਹੇ ਉਹ ਕਿਸੇ ਦੇ ਦਰਵਾਜ਼ੇ ਦਾ ਹੈਂਡਲ ਹੈ, ਕਿਤੇ ਤੁਸੀਂ ਹੱਥ ਟੱਚ ਕਰ ਲਿਆ, ਆਪਣੇ ਹੱਥ ਨੂੰ ਸੈਨੀਟਾਈਜ਼ ਕਰੋ। ਔਰ ਆਪਣੇ ਹੱਥ ਦੀ ਲੋੜ ਤੁਸੀਂ ਕਰ ਸਕਦੇ ਹੋ ਤਾਂ ਕਿਸੇ ਵੀ ਇਹੋ ਜਿਹੀ ਜਗ੍ਹਾ 'ਤੇ ਜਾਣ ਨਾਲ, ਜੇ ਤੁਹਾਨੂੰ ਪਤਾ ਹੋਵੇ ਜਿਵੇਂ ਹਸਪੀਟਲ ਹੈ, ਇਨਫੈਕਸ਼ਨ ਦੇ ਚਾਂਸਸ ਹੈ, ਉੱਥੇ ਗਲਵਸ ਪਾ ਕੇ ਜਾਓ, ਮਾਸਕ ਪਾ ਕੇ ਜਾਓ ਔਰ ਪ੍ਰੋਪਰ ਤਰੀਕੇ ਨਾਲ ਡਿਸਟੈਂਸ ਮੇਨਟੇਨ ਕਰਕੇ ਰੱਖੋ। ਜੇ ਤੁਹਾਡੇ ਘਰ ਦਾ ਸਭ ਤੋਂ ਵੱਡੀ ਪ੍ਰੋਬਲਮ ਕਿੱਥੇ ਆਉਣੀ ਹੈ, ਅਸੀਂ ਸੋਚਦੇ ਹਾਂ ਬੇਗਾਨਿਆਂ ਤੋਂ ਬਚਣਾ, ਦੂਜਿਆਂ ਤੋਂ ਬਚਣਾ, ਦੂਜਿਆਂ ਤੋਂ ਬਚਣਾ ਹੀ ਬਚਣਾ। ਸਾਡੇ ਮੇਰੇ ਕਈ ਸਿਹਤ ਕਾਮੇ ਤੇ ਡਾਕਟਰ ਭਰਾ ਵੀ ਕੀ ਕਰਦੇ ਨੇ ਕਿ ਮਰੀਜ਼ਾਂ ਤੋਂ ਤਾਂ ਬਚ ਗਏ, ਪਰ ਜਦੋਂ ਕੋਈ ਹੋਰ ਡਾਕਟਰ ਨਾਲ ਦਾ ਕੁਲੀਗ ਨਾਲ ਆ ਗਿਆ ਜਾਂ ਨਾਲ ਦਾ ਕੋਈ ਸਿਹਤ ਕਾਮਾ ਨਾਲ ਆ ਗਿਆ ਤਾਂ ਮਾਸਕ ਨੀਚੇ ਉਤਾਰ ਲਿਆ, ਫਿਰ ਬਹਿ ਕੇ ਤੁਸੀਂ ਉਹਨਾਂ ਨਾਲ ਬੈਠੇ ਗੱਲਾਂ ਮਾਰੀ ਜਾਂਦੇ ਹੋ। ਉਹਨਾਂ ਨੂੰ ਲੱਗ ਰਿਹਾ ਇਹ ਤਾਂ ਮੇਰੇ ਪਰਿਵਾਰ ਦਾ ਮੈਂਬਰ ਆ, ਇਹ ਤਾਂ ਮੇਰਾ ਕੁਲੀਗ ਹੈ, ਮੈਨੂੰ ਇਹਦੇ ਤੋਂ ਕਿਵੇਂ ਇਨਫੈਕਸ਼ਨ ਹੋ ਸਕਦੀ ਹੈ। ਇਨਫੈਕਸ਼ਨ ਪਰਿਵਾਰ ਦੇ ਮੈਂਬਰਾਂ ਤੋਂ ਵੀ ਹੋ ਸਕਦੀ ਹੈ, ਤੁਹਾਡੇ ਆਪਣੇ ਕੁਲੀਗਸ ਤੋਂ ਵੀ ਹੋ ਸਕਦੀ ਹੈ, ਤੁਹਾਡੇ ਟੀਮ ਦੇ ਮੈਂਬਰਸ ਤੋਂ ਵੀ ਹੋ ਸਕਦੀ ਹੈ। ਸੋ ਸੋਸ਼ਲ ਡਿਸਟੈਂਸਿੰਗ ਸਟ੍ਰਿਕਟਲੀ ਮੇਨਟੇਨ ਕੀਤੀ ਜਾਵੇ। ਡਾਕਟਰ ਸਾਹਿਬ, ਇੱਕ ਤਾਂ ਤੁਸੀਂ ਕਿਹਾ ਸੀ ਪੋਜ਼ਿਟਿਵ ਜਿਹੜਾ ਕੇਸ ਆ ਗਿਆ ਉਹਨੂੰ ਹਸਪਤਾਲ 'ਚ ਰੱਖਿਆ ਜਾਂਦਾ, ਉਹ ਤਾਂ ਵਧੀਆ ਇਲਾਜ ਕਰਿਆ ਜਾਂਦਾ। ਪਰ ਅੱਜ ਕੱਲ੍ਹ ਜਿਹੜੇ ਹੋ ਰਹੇ ਹੈ ਪੋਜ਼ਿਟਿਵ ਆ ਰਹੇ ਆ, ਉਹਨਾਂ ਨੂੰ ਘਰਾਂ ਦੇ ਵਿੱਚ ਛੱਡ ਦਿੱਤਾ ਜਾਂਦਾ। ਪਿੱਛੇ ਜੇ ਸ਼ਹਿਰ ਰਾਮਪੁਰਾ ਫੂਲ ਵਿਖੇ ਇੱਕ ਨਿੱਜੀ ਬੈਂਕ ਦੇ 24 ਮੁਲਾਜ਼ਮ ਨੇ ਰੱਖਿਆ, ਪੂਰੇ ਦਾ ਪੂਰਾ ਸਟਾਫ ਕਰੋਨਾ ਪੋਜ਼ਿਟਿਵ ਆ ਗਿਆ ਸੀ। ਸਿਹਤ ਵਿਭਾਗ ਵੱਲੋਂ ਬੈਂਕ ਨੂੰ ਬੰਦ ਕਰ ਦਿੱਤਾ ਗਿਆ, ਏਰੀਆ ਨੂੰ ਸੀਲ ਕਰ ਦਿੱਤਾ ਗਿਆ। ਬਟ ਜਿਹੜੇ ਉਹਦੇ ਵਿੱਚ ਕਰਮਚਾਰੀ ਸੀ ਪੋਜ਼ਿਟਿਵ ਆਏ ਸੀ, ਉਹ ਘਰਾਂ 'ਚ ਸੀ। ਘਰਾਂ ਦੇ ਵਿੱਚ ਵੀ ਉਹ ਆਪਦੇ ਗਲੀ ਮੁਹੱਲਿਆਂ ਦੇ ਵਿੱਚ ਸੈਰ ਕਰਦੇ ਫਿਰ ਰਹੇ ਸੀ। ਉਹਦੀ ਕੰਪਲੇਂਟ ਵੀ ਕਰੀ ਗਈ ਵੀ ਇਸ ਤਰ੍ਹਾਂ ਫਿਰ ਰਹੇ ਨੇ ਹੋ ਰਿਹਾ। ਤੇ ਇਸ ਤਰ੍ਹਾਂ ਦੇ ਡਰਾਮੇਬਾਜ਼ੀ ਕਿਉਂ? ਫਿਰ ਜਦੋਂ ਇੱਕ ਪਾਸੇ ਤਾਂ ਆਪਣੇ ਚੀਜ਼ ਨੂੰ ਖੁੱਲ੍ਹਾ ਛੱਡਤਾ, ਦੂਜਾ ਤੁਸੀਂ ਬੈਂਕ ਸੀਲ ਕਰਤਾ, ਏਰੀਆ ਸੀਲ, ਉਹਦਾ ਕੀ ਫਾਇਦਾ? ਦੇਖੋ, ਸਭ ਤੋਂ ਵੱਡੀ ਗੱਲ ਸਮਝਣ ਦੀ ਜ਼ਰੂਰਤ ਹੈ, 130 ਕਰੋੜ ਦੀ ਆਬਾਦੀ ਹੈ ਸਾਡੇ ਹਿੰਦੁਸਤਾਨ ਦੀ, ਔਰ ਰਿਸੋਰਸਿਸ ਸਾਡੇ ਕੋਲ ਲਿਮਟਡ। ਜੇ ਅੱਜ ਦੀ ਘੜੀ ਅਸੀਂ ਵੈਂਟੀਲੇਟਰ ਲਗਾ ਲਈਏ, ਮੈਂ ਸਾਡੇ ਆਪਣੇ ਸ਼ਹਿਰ ਦੀ ਗੱਲ ਕਰ ਰਹਾ ਹਾਂ, ਤਾਂ ਸਾਡੇ ਕੋਲੇ ਐਟ ਪ੍ਰੈਜ਼ੈਂਟ ਸਿਰਫ ਮੇਰੇ ਹਸਪੀਟਲ ਵਿੱਚ 2 ਵੈਂਟੀਲੇਟਰ ਹੈ। 2 ਵੈਂਟੀਲੇਟਰ ਹੋਰ ਵੀ ਬਾਹਰ ਪ੍ਰਾਈਵੇਟ ਹਸਪੀਟਲਾਂ ਵਿੱਚ ਹੈਗੇ ਆ, ਔਰ ਉਹਨਾਂ ਨੇ ਕਿਹਾ ਸਾਡੇ ਵੈਂਟੀਲੇਟਰ ਕੰਮ ਨਹੀਂ ਕਰ ਰਹੇ, ਤਾਂ ਮੇਰੇ ਕੋਲ ਸਿਰਫ 2 ਵੈਂਟੀਲੇਟਰ ਹੈ। ਤਾਂ ਮੈਨੂੰ ਲੱਗਦਾ ਵੀ ਰਾਮਪੁਰੇ ਸ਼ਹਿਰ ਦੇ ਵਿੱਚ ਹੀ ਸਾਡੇ ਕੋਲ ਸਿਰਫ 2 ਵੈਂਟੀਲੇਟਰ ਹੈ। ਜੇ ਤੁਸੀਂ ਬਾਹਰ ਹਸਪੀਟਲ ਵਾਲਿਆਂ ਦੀ ਗੱਲ ਕਰਦੇ ਹੋ, ਬਠਿੰਡਾ ਜਾਂ ਹੋਰ ਪਾਸੇ 50-60 ਵੈਂਟੀਲੇਟਰ ਹੋਣਗੇ। ਬਠਿੰਡਾ ਤੇ ਆਸ-ਪਾਸ ਦੀ ਆਬਾਦੀ ਮਿਲਾ ਕੇ ਜੇ 10 ਲੱਖ ਦੀ ਆਬਾਦੀ ਹੈ ਤੇ 60 ਵੈਂਟੀਲੇਟਰ ਹੈ, ਤਾਂ ਤੁਸੀਂ ਅੰਦਾਜ਼ਾ ਲਾ ਕੇ ਚੱਲੋ ਜੇ ਕੱਲ੍ਹ ਨੂੰ ਇਹ ਬੰਬ ਬਲਾਸਟ ਵਾਂਗੂ ਇਨਫੈਕਸ਼ਨ ਫੈਲਦੀ ਹੈ, ਤੁਸੀਂ ਕਿਹਨੂੰ ਬਚਾਓਗੇ ਤੇ ਕਿਹਨੂੰ ਛੱਡੋਗੇ? ਰਿਸੋਰਸਿਸ ਲਿਮਟਡ ਨੇ। ਰਿਸੋਰਸਿਸ ਲਿਮਟਡ ਸੀ ਤਾਂ ਸਰਕਾਰ ਨੇ ਇੱਕ ਪਾਲਿਸੀ ਬਣਾਈ, L1 ਲੈਵਲ ਹਸਪੀਟਲ, L2 ਲੈਵਲ ਹਸਪੀਟਲ, L3 ਲੈਵਲ ਹਸਪੀਟਲ। L1 ਦੇ ਵਿੱਚ ਕੀ ਹੈ, ਸਿਰਫ ਇਕੱਲੇ ਬੰਦੇ ਨੂੰ ਹਸਪੀਟਲ ਰੱਖਣਾ ਹੈ,
कोई उन्होंने ऑक्सीजन देने की जरूरत नहीं, सिर्फ कला बाकी परिवार के मैंबरों तो परे रखना है, सिर्फ क्योंकि लोग सुधरते नहीं, लोग जाके वापस उन्होंने समाज के वापस जाते हैं। सो L1 लैवल के हॉस्पिटल के सिर्फ कला एक बैड है तो कला बैठना है पैना है। जो तुम वो जी वीडियो देखी है बंदे अंदर रखे हुए हैं एंड दे आर डांसिंग, वो L1 लैवल है। L2 लैवल की है असी बैड के नाल ऑक्सीजन रखी हुई है, वो ऑक्सीजन का मास्क क्योंकि बंदा उसकी सैचुरेशन 94% तो घट गई है, असी उसको सैचुरेशन पूरी करने खातर असी ऑक्सीजन दे रहे हैं, वो L2 लैवल है। L3 लैवल के या तो असी जी है मास्क राही वेंटिलेशन दे रहे हैं या अंदर ट्यूब पा के साली नाले में ट्यूब पा के उत्थे वेंटिलेटर की जरूरत है। सो सारे को L3 लैवल की घाट है, L2 लैवल की भी घाट है। जे ऐ ला लो जो मेरे को हॉस्पिटल के 30 बैड है, शायद 15 बैडा से ऑक्सीजन होनी है, 15 बैड जनरल होंगे, तो इस तरीके साढ़े को रिसोर्सिस की कमी है। हम जो वो हॉस्पिटल फुल हो गए तो साढ़े को केसिस बढ़ने शुरू होए, असी की किया L1 लैवल के लोगों को समझाना शुरू किया, जिम्मेवार लोगों को कि प्लीज़ अपने घर रहो, अपने परिवार का ख्याल रखो, उन्होंने तो तुम डिस्टेंस बना के रखो, तुम कमरे बंद रहना, सारिया इंस्ट्रक्शन दित्तियां, साढ़े नाल तुम ऑनलाइन साढ़े नाल जुड़े रहो, चाहे तुम सानू अद्धी रात को फोन करो, वी आल्सो डू सेम थिंग। असीं सरकार नूं दस दिंदे हां भाई बंदा पॉजिटिव आया तो जिहड़ा बंदा साडे नाल रह लैनी चाहुंदा असीं उन्होंने फोन दे उत्ते भावें मैनूं रात को 2 बजे खा ले पुछण वास्ते भी मैनूं आह प्रॉब्लम आ रही है, वी आर रेडी, एवरीबॉडी इज रेडी, हर डॉक्टर हर वर्कर रेडी है। पर सानू पता है कि असी L1 लैवल के इन्ने किन्ने हॉस्पिटल बना लांगे, जे एक शहर के विचों 2000 बंदा पॉजिटिव आ रहा है अज की घड़ी, तो तुसीं अंदाजा ला सकते हो कि 2000 बंदियां वास्ते इत्थे किन्ने बैड होणगे ऑक्सीजन वाले। तो असी उन्होंने लोगों को बार बार अपील कर रहे हैं कि जे तुहानूं सिम्पटम्स बुखार है, गला खराब है, तुहानूं कोई साह लैण तकलीफ हो रही है, साडे नाल कंटैक्ट करो, तुहाडी सैचुरेशन चैक की जाऊगी, सैचुरेशन 94% तो उत्ते है, तुहानूं घरे रहण वास्ते कहा जाऊगा, जिसे तुसीं अपना ते अपने परिवार का ख्याल रखना। जे तुहाडी सैचुरेशन 94% तो घटदी है, तुहानूं असीं L2 लैवल के हॉस्पिटल दे विच शिफ्ट करावांगे। जे सानूं लगदा भी 90% तो भी घट रही है, दैन वी विल सर्च आ L3 बैड फॉर यू। सरकार ने कोवा ऐप बनाया होया, कोवा ऐप दे विच पूरे हॉस्पिटल के बैड उन्हां दी गिनती दसी हुई है और किते किते वेंटिलेटर वाले बैड अवेलेबल ने, सब कुछ अवेलेबिलिटी तो दिखाई हुई है। और जे तुसीं ये सारे लैवल उसनूं कोवा ऐप नूं डाउनलोड करके उहदे विच बैड की अवेलेबिलिटी चैक करदे हो, उस हॉस्पिटल जाते हो तो तुहानूं ट्रीटमेंट देणगे। एक इतने एक और प्रॉब्लम आ रही है, तुसीं सवाल पूछा नहीं, मैं ब्लड टेस्ट दस देना, मैंने पिछले जी किसी का सवाल आया जी फलाने हॉस्पिटल गए सी, वो तो कहते जी 8-10 हज़ार रुपये का खर्चा होगा डेली का। सर एक पेशेंट को देखने की खातर PPE किट है, PPE किट मैं दिखाना, PPE किट है, ये PPE किट 1200 रुपए की है, ठीक है, सानूं प्राइवेट तौर पर 1200 रुपए की PPE किट मिलती है। दिस इज द PPE किट। ये PPE किट बिल्कुल इस तरह की हैगी है कि उपरों थले तक एयर टाइट है और ऊपर ये कैप है, पीछे मास्क है और ग्लव्स ने, सब कुछ है। ये 1200 रुपए की PPE किट सानूं बाजार च अवेलेबल है। हाँ कुछ डिपेंडिंग अपॉन द क्वालिटी 500-600 रुपए की मिल जाती है, पर जे तुसीं बिल्कुल गुड क्वालिटी की PPE किट लैनी है जी 3 ml हो, GMP सर्टिफाइड हो, वो PPE किट 1100-1200 रुपए की है। एक वर्कर के PPE किट पा के जाता है और वध तो वध 2.5-3 घंटे कटूगा, क्योंकि प्लास्टिक की PPE किट है, वो साह लेना औखा है और वो बंदे ने पानी भी पीना, वाशरूम भी जाना है, तो 2.5-3 घंटे बाद PPE किट वो तुसीं ला दी, वो बाहरला पासा सारा इन्फेक्टेड है। जो इन्फेक्टेड है तो इट विल गो टू द डस्टबिन। तो तुसीं अंदाजा ला के चलो एक मरीज के रख रखाव के उत्ते के लिए PPE किट नहीं, मास्क है, सैनिटाइजर है, ग्लव्स ने, फिर मेडिसिन ने, एंटीबायोटिक्स ने, बहुत कुछ है। टॉसिलिज़ुमैब का इंजैक्शन है, मतलब वो ट्रेड प्राइस 35-36 हज़ार रुपया और वो MRP 45 हज़ार रुपया। ये बारे रेट इन्ना क्यों महंगा है, क्योंकि सॉल्ट की प्रोक्योरमेंट बाहरों आ रही है, वो गवर्नमेंट वास्ते कोई क्यों नहीं कुछ कर रही, क्योंकि बिकॉज सॉल्ट की कमी ज़्यादा हैगी है, कोई सख्त मॉलिक्यूल इतना महंगा हैगा। तो सारिया गल्लां दी एक वो हैगी है। तो ट्रीटमेंट कॉस्टली है,
ਇਸ ਲਈ ਅਸੀਂ ਬਾਰ-ਬਾਰ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਆਪਾਂ ਉਸ ਲੈਵਲ ਤੇ ਪਹੁੰਚੀਏ ਜਿੱਥੇ ਅਸੀਂ 500 ਲੱਖ ਰੁਪਏ ਦਾ ਖਰਚਾ ਆਪਣਾ ਕਰਾਈਏ ਜਾਂ ਗਵਰਨਮੈਂਟ ਦਾ ਕਰਾਈਏ। ਤੁਸੀਂ ਗੱਲ ਕਰ ਰਹੇ ਸੀ 3.5 ਲੱਖ ਰੁਪਈਆ ਪਰ ਕਿਸ ਮੈਨੂੰ ਮਿਲ ਰਿਹਾ। ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਵਾਕਈ ਸੈਂਟਰ ਨੇ ਕੋਈ ਪੈਸਾ ਦਿੱਤਾ ਪੰਜਾਬ ਸਰਕਾਰ ਨੂੰ ਕਿ ਨਹੀਂ ਦਿੱਤਾ। ਜੇ ਦਿੱਤਾ ਵੀ ਹੋਣਾ ਤਾਂ 3.5 ਲੱਖ ਰੁਪਏ ਜੇ ਦਿੱਤਾ ਵੀ ਹੋਇਆ ਤਾਂ ਕੁਝ ਵੀ ਨਹੀਂ। 3.5 ਲੱਖ ਰੁਪਈਆ ਮਤਲਬ ਮੈਂ ਇਹ ਗੱਲ ਕਹਿ ਸਕਦਾ ਕਿ ਜੇ ਇੱਕ ਬੰਦੇ ਦੀ ਜਾਨ ਬਚਾਉਣੀ ਹੈ ਔਰ ਜ਼ਰੂਰੀ ਨਹੀਂ ਬਚੇ, ਇਹ ਗੱਲ ਮੈਂ ਪਹਿਲਾਂ ਕਹਿ ਦੇਵਾਂ, ਜ਼ਰੂਰੀ ਨਹੀਂ ਜਾਨ ਬਚੇ, ਜੇ ਜਾਨ ਬਚਾਉਣੀ ਹੈ ਤਾਂ 8 ਤੋਂ 10 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ। ਹੁਣ ਸਰਕਾਰ ਨੂੰ 3.5 ਲੱਖ ਰੁਪਏ 'ਚ ਕਿਵੇਂ ਸਾਰਦੀ ਹੈ, ਕਿਵੇਂ ਕਰਦੀ ਹੈ ਤੇ 3.5 ਲੱਖ ਰੁਪਏ 'ਚ ਹੋ ਜੂਗਾ, ਮੈਨੂੰ ਲੱਗਦਾ ਨਹੀਂ ਪੋਸੀਬਲ। ਇੱਕ ਡਾਕਟਰ ਸਾਹਿਬ ਤੁਸੀਂ ਦੱਸਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਐਲਵਰਡ ਹਸਪੀਟਲ ਦੀਆਂ ਵੀਡੀਓ ਆਉਂਦੀਆਂ, ਲੋਕਾਂ ਨੇ ਦੇਖਿਆ ਵੀ ਇਹ ਭੰਗੜੇ ਪਾ ਰਹੇ, ਮਸਤੀਆਂ ਕਰ ਰਹੇ, ਪਰ ਇੱਕ ਵੀਡੀਓ ਉਹ ਵੀ ਆਈਆਂ ਨੇ ਵੀ ਲੋਕ ਕੁਆਰੰਟਾਈਨ ਕਰੇ ਹੋਏ ਹੈ ਤੇ ਉਹ ਛੱਤਾਂ ਤੇ ਚੜ੍ਹ ਕੇ ਰੋਲਾ ਪਾ ਰਹੇ ਆ ਕਿ ਸਾਨੂੰ ਰੋਟੀ ਨਹੀਂ ਮਿਲ ਰਹੀ, ਸਾਨੂੰ ਚਾਹ ਨਹੀਂ ਮਿਲ ਰਹੀ, ਸਾਡਾ ਬੁਰਾ ਹਾਲ ਆ, ਅਸੀਂ ਮਰਨ ਨੂੰ ਤਿਆਰ ਹਾਂ, ਸਾਨੂੰ ਉਹ ਆ। ਜਿਸ ਦਾ ਡਰ ਲੋਕਾਂ ਦੇ ਵਿੱਚ ਹੋਇਆ, ਇਸੇ ਲਈ ਉਹ ਕਰੋਨਾ ਟੈਸਟ ਕਰਾਉਣ ਤੋਂ ਭੱਜਦੇ ਨੇ। ਤੇ ਸਰਕਾਰ ਵੱਲੋਂ ਵੀ ਕਿਤੇ ਨਾ ਕਿਤੇ ਜਾਗਰੂਕਤਾ ਦੀ ਜਾਂ ਪ੍ਰਬੰਧਾਂ ਦੀ ਘਾਟ ਹੈ। ਸਰ ਪ੍ਰਬੰਧਾਂ ਦੀ ਘਾਟ ਨਹੀਂ ਮੈਂ ਕਹਿ ਸਕਦਾ, ਇਹ ਹੋ ਸਕਦਾ ਕਿਤੇ ਨਾ ਕਿਤੇ ਕਿਸੇ ਇੱਕ ਲੈਵਲ ਦੇ ਉੱਤੇ ਕੋਈ ਆਰਗੇਨਾਈਜੇਸ਼ਨ ਜਿਹੜੇ ਆਰਗੇਨਾਈਜ਼ ਕਰ ਰਹੇ ਸੀਗੇ ਉਹਨਾਂ ਤੋਂ ਕੋਈ ਕਮੀ ਪੇਸ਼ੀ ਥੋੜੀ ਬਹੁਤ ਰਹਿ ਗਈ ਹੋਵੇ, ਪਰ ਮੈਂ ਇੱਕ ਗੱਲ ਸਮਝਦਾ ਕਿ ਚੰਗੇ ਕੰਮ ਦੀ ਤਾਰੀਫ ਲੋਕੀ ਨਹੀਂ ਕਰਦੇ, ਔਰ ਜੇ ਇੱਕ ਹਲਕੀ ਜਿਹੀ ਵੀ ਕੋਈ ਘਟਨਾ ਐਸੀ ਵਾਪਰ ਜਾਂਦੀ ਹੈ ਜਿਹੜੀ ਕਿ ਉਹਨਾਂ ਨੂੰ ਲੱਗਦਾ ਵੀ ਅਸੀਂ ਇਹਦਾ ਫਾਇਦਾ ਉਠਾ ਸਕਦੇ ਹਾਂ, ਉਹ ਵੀ ਹਾਈਲਾਈਟ ਜ਼ਿਆਦਾ ਕਰਦੇ ਆ। ਮੈਂ ਮੰਨ ਕੇ ਚੱਲਦਾ ਕਿ ਜਿਸ ਕਿਸੇ ਲੈਵਲ ਦੇ ਉੱਤੇ ਖਾਣੇ ਦੀ ਪ੍ਰੋਬਲਮ ਆਈ ਜਾਂ ਕਿਸੇ ਲੈਵਲ ਤੇ ਪ੍ਰੋਬਲਮ ਆਈ ਤਾਂ ਤੁਸੀਂ ਅੰਦਾਜ਼ਾ ਲਾ ਕੇ ਚੱਲੋ ਕਿ ਉਹਨਾਂ ਨੂੰ ਖਾਣਾ ਦੇਣ ਜਾਣ ਵਾਲੇ ਦਾ ਵਰਕਰ ਆ ਨਾ। ਇੱਥੇ ਮੇਰੇ ਕੋਲੇ ਜੇ ਕੋਈ ਪੁੱਤ ਨੂੰ ਕਰੋਨਾ ਹੋ ਗਿਆ ਤਾਂ ਮਾਂ-ਬਾਪ ਇਹ ਨਹੀਂ ਦੇਖਦੇ ਵੀ ਪੁੱਤ ਨੂੰ ਕਰੋਨਾ ਹੋ ਗਿਆ, ਉਹ ਪੁੱਛਦੇ ਆ ਸਾਨੂੰ ਤਾਂ ਨਹੀਂ ਹੋ ਜੂਗਾ। ਮਾਂ ਦੀ ਲਾਸ਼ ਲੈਣ ਤੋਂ ਲੋਕਾਂ ਨੇ ਇਨਕਾਰ ਕਰਤਾ, ਪਿਓ ਦੀ ਲਾਸ਼ ਲੈਣ ਤੋਂ ਲੋਕਾਂ ਨੇ ਇਨਕਾਰ ਕਰਤਾ। ਤੁਸੀਂ ਅੰਦਾਜ਼ਾ ਲਾ ਕੇ ਚੱਲੋ ਉਹੀ ਲੋਕ ਨੇ ਜਿਹੜੇ ਸਾਡੇ ਕੋਲੇ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਜਾਂ ਸਾਡੇ ਕੋਲੇ ਵਲੰਟਰੀ ਤੌਰ ਤੇ ਕੰਮ ਕਰ ਰਹੇ ਨੇ, ਜਿਹੜੇ ਬੰਦੇ ਆਪਣੀ ਮਾਂ ਦੀ ਲਾਸ਼ ਲੈਣ ਤੋਂ ਇਨਕਾਰ ਕਰ ਰਹੇ ਨੇ ਜਾਂ ਆਪਣੇ ਬਾਪ ਦੀ ਲਾਸ਼ ਲੈਣ ਤੋਂ ਇਨਕਾਰ ਕਰ ਰਹੇ ਨੇ। ਤੁਸੀਂ ਜੇ ਅਸੀਂ ਉਹਨਾਂ ਬੰਦਿਆਂ ਨੂੰ ਕਹੀਏ ਜਾ ਕੇ ਫਲਾਣੇ ਬੰਦੇ ਨੂੰ ਤੁਸੀਂ ਰੋਟੀਆਂ ਸਪਲਾਈ ਕਰਦੇ ਹੋ, ਫਲਾਣੇ ਜਗ੍ਹਾ ਤੇ ਜਾ ਕੇ ਤੁਸੀਂ ਆਹ ਚੀਜ਼ ਸਪਲਾਈ ਕਰਦੇ ਹੋ, ਦੁੱਧ ਪਿਲਾਇਆ ਹੋ ਲੋਕਾਂ ਨੂੰ, ਸਾਡੇ ਮਰੀਜ਼ਾਂ ਨੂੰ, ਤੁਹਾਨੂੰ ਲੱਗਦਾ ਉਹ ਜਾਣਗੇ? ਜਿਹੜਾ ਸਕੇ ਆਪਣੀ ਮਾਂ ਦੀ ਜਾਂ ਬਾਪ ਦੀ ਲਾਸ਼ ਲੈਣ ਤੋਂ ਇਨਕਾਰੀ ਹੈ। ਆਫਟਰ ਆਲ ਇਹ ਸਾਰੀ ਚੀਜ਼ ਨੂੰ ਆਰਗੇਨਾਈਜ਼ ਕਰਨ ਵਾਲੇ ਤਾਂ ਲੋਕ ਹੀ ਨੇ ਨਾ। ਸਰਕਾਰ ਕੋਈ ਕਾਗਜ਼ ਦੀ ਤਾਂ ਬਣੀ ਹੋਈ ਹੈ ਨਹੀਂ, ਸਰਕਾਰ ਕੋਈ ਸਟੀਲ ਦੀ ਬਣੀ ਹੋਈ ਨਹੀਂ ਹੈ, ਸਰਕਾਰ ਤਾਂ ਲੋਕਾਂ ਦੀ ਬਣੀ ਹੋਈ ਸਰਕਾਰ ਆ, ਉਹਦੇ ਵਰਕਰ ਕੰਮ ਕਰ ਰਹੇ ਨੇ। ਜੇ ਪਟਵਾਰੀ ਤੋਂ ਲੈ ਕੇ ਨਾਇਬ ਤਹਿਸੀਲਦਾਰ, ਐਸਡੀਐਮ, ਡਿਪਟੀ ਕਮਿਸ਼ਨਰ ਸਾਹਿਬ, ਮਤਲਬ ਕਿੰਨੇ ਲੋਕ ਇਹਦੇ ਵਿੱਚ ਕੰਮ ਕਰ ਰਹੇ ਨੇ। ਆਫਟਰ ਆਲ ਦੇ ਆਰ ਹਿਊਮਨ ਬੀਇੰਗਸ। ਉਹਨਾਂ ਦੇ ਵਿੱਚੋਂ ਕਈ ਲੋਕ ਚੰਗੇ ਵੀ ਨੇ, ਕਈ ਲੋਕ ਇਹੋ ਜਿਹੇ ਨੇ ਜਿਹੜੇ ਜਾਨ ਦੁੱਖ ਵਿੱਚ ਪਾ ਕੇ, ਜਿਵੇਂ ਦਿੱਲੀ ਦੇ ਸਰਦਾਰ ਜੀ ਜਿਹੜੇ ਸੀਗੇ ਜਿਹੜੇ ਲੋਕਾਂ ਦੀ ਸੰਸਕਾਰ ਕਰਦੇ ਰਹੇ ਨੇ, ਬਗਾਨਾ ਦਾ ਸੰਸਕਾਰ ਵੀ ਕਰਦੇ ਰਹੇ ਨੇ, ਤੇ ਕੁਝ ਐਸੇ ਵੀ ਨੇ ਜਿਹੜੇ ਆਪਣੀ ਮਾਂ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੰਦੇ ਆ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਛੋਟੀ ਜਿਹੀ ਗੱਲ ਨੂੰ ਹਾਈਲਾਈਟ ਕਰਕੇ, ਸਰਕਾਰ ਦੀ ਬਦਨਾਮੀ ਕਰਕੇ ਸਾਨੂੰ ਮਿਲਣ ਵਾਲਾ ਕੁਝ ਨਹੀਂ ਹੈ। ਅਸੀਂ ਇਹ ਸਮਝ ਲਓ ਕਿ ਜੇ ਮੈਨੂੰ ਮੇਰੀ ਮਾਂ ਰੋਟੀ ਦੇਣ 'ਚ ਲੇਟ ਹੋ ਗਈ ਹੋਵੇ ਤੇ ਮੈਂ ਮਾਂ ਨੂੰ ਪੁੱਠੇ ਚੜ੍ਹ ਕੇ ਮਾਂ ਨੂੰ ਗਾਲਾਂ ਕੱਢ ਦੇਵਾਂ ਤਾਂ ਮੈਨੂੰ ਲੱਗਦਾ ਵੀ ਉਹਦੇ ਨਾਲ ਮੇਰਾ ਕੋਈ ਫਾਇਦਾ ਨਹੀਂ ਹੋਣ ਵਾਲਾ। ਡਾਕਟਰ ਸਾਹਿਬ ਤੁਸੀਂ ਕਿਹਾ ਸੀ ਮਾਸਕ ਬਹੁਤ ਜ਼ਰੂਰੀ ਹੈ, ਪਰ ਲੋਕ ਇਸ ਦੀ ਵਰਤੋਂ ਘੱਟ ਕਰਦੇ, ਪੁਲਿਸ ਤੋਂ ਡਰਦੇ ਹੀ ਲੈਂਦੇ ਆ ਬਸ। ਤੇ ਬਾਕੀ ਹੀ ਇਹ ਸੱਚਾਈ ਹੈ ਵੀ ਲੋਕ ਪੁਲਿਸ ਨਾਕੇ ਨੂੰ ਦੇਖ ਕੇ ਮਾਸਕ ਦੀ ਵਰਤੋਂ ਕਰਦੇ ਆ। ਕਾਰਨ ਇਹ ਹੈ ਵੀ ਲੋਕਾਂ ਨੂੰ ਮਾਸਕ ਬਾਰੇ ਜਾਣਕਾਰੀ ਸਰਕਾਰ ਵੱਲੋਂ ਪੁਲਿਸ ਮਹਿਕਮੇ ਨੂੰ ਹਦਾਇਤਾਂ ਦੇ ਕੇ ਚਲਾਨ ਕਟਵਾਏ ਗਏ, ਬਟ ਚਲਾਨ ਤਾਂ ਕੱਟਿਆ ਜਾਂਦਾ ਪਰ ਮਾਸਕ ਫੇਰ ਵੀ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ। ਨਾ ਹੀ ਲੋਕਾਂ ਨੂੰ ਲੈਣਾ ਆਉਂਦਾ, ਨਾ ਪਾਉਣਾ ਆਉਂਦਾ। ਇੱਕ ਮਾਸਕ ਨੂੰ ਮਹੀਨਾ ਵਰਤੀ ਜਾਂਦੇ ਨੇ, ਨਾ ਹੀ ਉਹਨੂੰ ਪੁੱਠ ਸਿੱਧ ਦਾ ਪਤਾ। ਲੋਕ ਇਹ ਕਿਤੇ ਨਾ ਕਿਤੇ ਸਿਹਤ ਵਿਭਾਗ ਦੀ ਨਲਾਇਕੀ ਦੀ ਵੀ ਹੋਏ, ਇਹਦੇ ਬਾਰੇ ਅਸੀਂ ਜਾਗਰੂਕ ਕਰੇ ਲੋਕਾਂ ਨੂੰ, ਜਾ ਕੇ ਵੀ ਮਾਸਕ ਕੋਈ ਟੀਵੀ ਚੈਨਲ ਰਾਹੀਂ ਜਾਂ ਵੈਸੇ ਕੈਂਪ ਲਗਾ ਕੇ ਦੱਸਿਆ ਜਾਵੇ ਮਾਸਕ ਲੈਣਾ ਕਿਵੇਂ ਹੈ, ਕਿੰਨੇ ਦਿਨ ਵਰਤਣਾ, ਕਿਵੇਂ ਉਹਨੂੰ ਧੋਣਾ, ਕੀ ਵਾਸ਼ ਕਰਨਾ। ਇਹ ਤੇ ਜਾਗਰੂਕਤਾ ਦੀ ਵੀ ਬਹੁਤ ਵੱਡੀ ਘਾਟ। ਸਰ ਉਹਦੀ ਜਾਗਰੂਕਤਾ ਦੀ ਘਾਟ ਵੀ ਹੈ, ਪਰ ਮੈਂ ਸਰਕਾਰ ਦੀ ਕਿਸੇ ਨਲਾਇਕੀ ਕਹਿਣ ਤੋਂ ਪਹਿਲਾਂ, ਕੁਝ ਇਹੋ ਜਿਹੇ ਸ਼ਬਦ ਕਹਿਣ ਤੋਂ ਪਹਿਲਾਂ ਮੈਂ ਇੱਕ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ। ਮੈਨੂੰ ਲੱਗਿਆ ਕਿ ਸਮਾਜ ਤੋਂ ਮੈਂ ਜ਼ਿੰਦਗੀ 'ਚ ਬਹੁਤ ਕੁਝ ਖੱਟਿਆ ਹੈ ਨਾ, ਮਤਲਬ ਮੈਂ ਇਸ ਲੈਵਲ 'ਤੇ ਪਹੁੰਚਿਆ ਕਿ ਇੱਥੇ ਲੋਕ ਮੇਰੀ ਸਤਿਕਾਰ ਕਰਦੇ ਆ, ਮੈਨੂੰ ਕੋਈ ਕਿਸੇ ਗੱਲ ਦੀ ਕਮੀ ਪੇਸ਼ੀ ਨਹੀਂ ਹੈ। ਅਤੇ ਮੈਂ ਸ਼ੁਰੂ ਦੇ ਵਿੱਚ ਬਹੁਤ ਸਾਰੇ ਮਾਸਕ ਬਣਵਾਏ, ਬੜੇ ਮਾਸਕ ਖਰੀਦੇ ਅਤੇ ਮੈਂ ਸਾਡੇ ਵਰਕਰ ਨੂੰ ਦੇ ਵੀ ਜਿਹੜਾ ਵੀ ਬੰਦਾ ਬਿਨਾਂ ਮਾਸਕ ਤੋਂ ਆਵੇ ਤੁਸੀਂ ਉਹਨੂੰ ਮਾਸਕ ਦੇ ਦਿਓ, ਪਰ ਉਹਨੂੰ ਰਿਕੁਐਸਟ ਕਰੋ ਭਾਈ ਜੀ ਇਹ ਮਾਸਕ ਤੁਸੀਂ ਬਣਾਓ। ਤੁਸੀਂ ਯਕੀਨ ਜਾਣਦੇ ਹੋ, ਮਤਲਬ ਸਾਡਾ ਮਨ ਇੰਨਾ ਖੱਟਾ ਹੋ ਗਿਆ ਵੀ ਨੋਬਡੀ ਬੋਦਰ
ਕਿਸੇ ਬੰਦੇ ਨੇ ਪਰਵਾਹ ਹੀ ਨਹੀਂ ਕੀਤੀ ਵੀ ਸਾਰੇ ਸਾਨੂੰ ਫ੍ਰੀ 'ਚ ਮਾਸਕ ਵੰਡੀ ਜਾਂਦੇ ਆ, ਇਹ ਸਾਨੂੰ ਫ੍ਰੀ ਦੇ ਵਿੱਚ ਸਾਰਾ ਕੁਝ ਕਰੀ ਜਾਂਦੇ ਆ। ਹਾਂ, ਜਦੋਂ ਹੀ ਅਸੀਂ ਉਹਨਾਂ ਨੂੰ ਉਲਟਾ ਕਹਿਣਾ ਸ਼ੁਰੂ ਕਰਤਾ, ਮਾਸਕ ਨਹੀਂ ਪਾਇਆ ਤੇ ਤੁਸੀਂ ਹਸਪੀਟਲ ਤੋਂ ਬਾਹਰ ਜਾਓ, ਜਾਂ ਉਹ ਹੈ ਤਾਂ ਉਹੀ ਹੈ ਨਾ, ਜਾਗਰੂਕਤਾ ਦੀ ਕਮੀ ਆ, ਉਹਨੂੰ ਪਤਾ ਹੀ ਨਹੀਂ ਕਿਉਂ ਲੈਣਾ। ਜਾਗਰੂਕਤਾ, ਦੇਖੋ ਜਾਗਰੂਕਤਾ ਹੋਣ ਦੇ ਬਾਵਜੂਦ ਵੀ ਜਿਹੜੀ ਚੀਜ਼ ਮੁਫਤ ਦਿੱਤੀ ਜਾਂਦੀ ਹੈ ਉਹਦੀ ਕੋਈ ਵੈਲਿਊ ਨਹੀਂ ਹੈ। ਸਰਕਾਰ ਨੇ ਹੁਣ ਤੱਕ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ, ਪਹਿਲਾਂ ਤਾਂ ਮੈਨੂੰ ਪਤਾ ਨਹੀਂ ਹੈ, ਸਾਡੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਐਜੂਕੇਸ਼ਨ ਮੁਫਤ ਹੈ, ਸਿਹਤ ਪ੍ਰਤੀ ਸਹੂਲਤਾਂ ਮੁਫਤ ਨੇ, ਸਰਕਾਰੀ ਹਸਪਤਾਲ ਦੀ ਪਰਚੀ ਮੁਫਤ ਸੀ, ਦਵਾਈਆਂ ਮੁਫਤ ਸੀ, ਆਪਰੇਸ਼ਨ ਮੁਫਤ ਸੀ। ਜੇ ਕਿਸੇ ਆਪਰੇਸ਼ਨ ਦੇ ਸਰਕਾਰ ਨੇ 120 ਰੁਪਏ ਫੀਸ ਵੀ ਰੱਖ ਦਿੱਤੀ ਹੈ, 120 ਰੁਪਏ, ਤੁਹਾਨੂੰ ਲੱਗਦਾ ਐਡਾ ਵੱਡੀ ਪੇਟ ਦੀ ਸਰਜਰੀ ਹੋ ਰਹੀ ਹੈ, ਉਹਦੀ ਫੀਸ 120 ਰੁਪਏ ਸਰਕਾਰ ਪੈਸੇ ਕਮਾ ਰਹੀ ਹੈ? ਮੇਰੇ ਹਿਸਾਬ ਨਾਲ ਲੋਕਾਂ ਨੂੰ ਇਸ ਗੱਲ ਦੀ ਕਦਰ ਹੀ ਕੋਈ ਨਹੀਂ ਹੈ। ਅਸੀਂ ਪ੍ਰਾਈਵੇਟ ਹਸਪੀਟਲ ਬੈਠੇ ਹਾਂ, ਮੈਨੂੰ ਕੋਈ ਸਰਕਾਰੀ ਤੌਰ ਤੇ ਇਮਦਾਦ ਨਹੀਂ ਮਿਲਦੀ, ਮੇਰੇ ਹਸਪੀਟਲ ਨੂੰ ਕੋਈ ਸਰਕਾਰ ਵੱਲੋਂ ਕੋਈ ਫੰਡ ਨਹੀਂ ਆਉਂਦੇ, ਮੈਂ ਬਿਜਲੀ ਦਾ ਬਿੱਲ ਭਰਦਾ, 1.5 ਲੱਖ ਰੁਪਏ ਮੇਰਾ ਬਿਜਲੀ ਦਾ ਬਿੱਲ ਹੈ, ਮੇਰੇ ਬੱਚਿਆਂ ਦੀ ਸੈਲਰੀ 4.5 ਲੱਖ ਰੁਪਏ ਸੈਲਰੀ ਹੈ। ਮਤਲਬ ਲੋਕਾਂ ਦਾ ਐਟੀਟਿਊਡ ਇਹ ਹੈ, ਉਹ ਇਹ ਸਮਝਦੇ ਨੇ ਕਿ ਮੈਂ ਵੀ ਟ੍ਰੀਟਮੈਂਟ ਫ੍ਰੀ ਕਰਾਂ। ਪੀਪਲ ਵਾਂਟ ਐਵਰੀਥਿੰਗ ਫ੍ਰੀ, ਹਰ ਚੀਜ਼ ਫ੍ਰੀ ਹੋਣੀ ਚਾਹੀਦੀ ਹੈ। ਜੇ ਤੁਸੀਂ ਕੋਈ ਸਿਹਤ ਸਹੂਲਤਾਂ ਲੈਣੀਆਂ ਹੈ, ਮੈਨੂੰ ਇੱਕ ਬੰਦਾ ਆ ਕੇ ਕਹਿ ਰਿਹਾ, ਡਾਕਟਰ ਸਾਹਿਬ ਇੱਥੇ ਤੁਹਾਡਾ ਸਭ ਕੁਝ ਠੀਕ ਹੈ, ਅਗਲਾ ਇੱਕ ਇੰਨਾ ਖਿੱਤਾ ਹੈ ਤੇ ਏਸੀ ਦੀ ਹਵਾ ਨਹੀਂ ਆਉਂਦੀ, ਇਹ ਸੈਂਟਰਲ ਏਅਰ ਕੰਡੀਸ਼ਨ ਕਰਵਾਓ। ਹਾਂ, ਸੈਂਟਰਲ ਏਅਰ ਕੰਡੀਸ਼ਨ ਹੋ ਜਾਏਗਾ, ਪਰ ਉਹਦੇ ਵਾਸਤੇ ਖਰਚਾ ਹੋਏਗਾ ਤਾਂ ਨੈਚੁਰਲੀ ਮੈਨੂੰ ਉਹ ਪੈਸਾ ਕਿੰਨਾ ਕਿ ਮੇਰੇ ਤੋਂ ਆਊਗਾ ਨਾ। ਪੀਪਲ ਵਾਂਟ ਐਵਰੀਥਿੰਗ ਪਰ ਦੇ ਡੋਂਟ ਵਾਂਟ ਟੂ ਸਪੈਂਡ, ਉਹ ਖਰਚਾ ਕਰਨਾ ਨਹੀਂ ਚਾਹੁੰਦੇ, ਫ੍ਰੀ ਚਾਹੁੰਦੇ ਆ। ਔਰ ਜੇ ਉਹ ਫ੍ਰੀ ਚੀਜ਼ ਮਿਲ ਜਾਂਦੀ ਹੈ ਉਹਦੀ ਬਿਲਕੁਲ ਕਦਰ ਨਹੀਂ ਹੈ। ਸਰਕਾਰੀ ਹਸਪਤਾਲ ਦੇ ਵਿੱਚ ਸਾਰਾ ਟ੍ਰੀਟਮੈਂਟ ਫ੍ਰੀ ਹੋ ਰਿਹਾ, ਮੈਂ ਸਮਝਦਾ ਜੇ ਬਿਲਕੁਲ ਫ੍ਰੀ ਨਹੀਂ ਹੋ ਰਿਹਾ ਤਾਂ ਫ੍ਰੀ ਵਰਗਾ ਹੋ ਰਿਹਾ। ਉਹ ਕਹਿੰਦੇ ਅਸੀਂ ਸਰਕਾਰ ਨਾਲ ਕੋਆਪਰੇਟ ਨਹੀਂ ਕਰਨਾ, ਸਰਕਾਰੀ ਹਸਪਤਾਲ 'ਚ ਅਸੀਂ ਜਾਣਾ ਨਹੀਂ ਹੈ, ਸਰਕਾਰੀ ਹਸਪਤਾਲ ਦੇ ਵਰਕਰਾਂ ਨੂੰ ਅਸੀਂ ਆਪਣੇ ਪਿੰਡ 'ਚ ਵੜਨ ਨਹੀਂ ਦੇਣਾ, ਅਸੀਂ ਆਪਣੇ ਸ਼ਹਿਰ 'ਚ ਵੜਨ ਨਹੀਂ ਦੇਣਾ। ਪਰ ਮੈਨੂੰ ਨਹੀਂ ਲੱਗਦਾ ਹੈ ਕਿਸੇ ਲੈਵਲ ਦੇ ਉੱਤੇ ਮੈਂ ਇਹ ਗੱਲ ਕਹਾਂ, ਮੈਂ ਪ੍ਰਾਈਵੇਟ ਬੈਠਾ, ਮੈਂ ਸਰਕਾਰ ਦੀ ਕੋਈ ਸਰਕਾਰ ਦਾ ਵਕੀਲ ਨਹੀਂ ਹਾਂ, ਮੈਂ ਨਾ ਹੀ ਮੈਨੂੰ ਕੋਈ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕੋਈ ਮੈਨੂੰ ਸਪੈਸ਼ਲੀ ਚੂਜ਼ ਕਰਕੇ ਭੇਜਿਆ ਵੀ ਤੁਸੀਂ ਸਾਡੇ ਹੱਕ 'ਚ ਬੋਲੋ। ਮੈਂ ਤਾਂ ਸੱਚ ਬੋਲ ਰਿਹਾ। ਮੈਨੂੰ ਲੱਗਦਾ ਕਿ ਮੈਂ ਪ੍ਰਾਈਵੇਟ ਬੈਠਾ, ਠੀਕ ਹੈ, ਜਿਸ ਬੰਦੇ ਨੂੰ ਲੱਗਦਾ ਜੇ ਅਸੀਂ ਫੈਸਿਲਿਟੀ ਲੈਣੀ ਹੈ ਉਹ ਪ੍ਰਾਈਵੇਟ ਆਊਗਾ। ਜਿਹੜਾ ਗਰੀਬ ਬੰਦਾ ਫੈਸਿਲਿਟੀ ਨਹੀਂ ਲੈ ਸਕਦਾ, ਪੈਸੇ ਨਹੀਂ ਖਰਚ ਕਰ ਸਕਦਾ, ਸਰਕਾਰ ਨੇ ਫੈਸਿਲਿਟੀ ਦਿੱਤੀ ਹੋਈ ਹੈ, ਪਰ ਉਸ ਨੂੰ ਜੇ ਕੋਈ ਜਾਗਰੂਕਤਾ ਕਿਵੇਂ ਪੈਦਾ ਕਰਨੀ ਹੈ। ਮਤਲਬ ਮੈਂ ਸਮਝਦਾ ਕਿ ਤੁਸੀਂ ਖਾਣਾ ਪਾ ਕੇ ਦਿੱਤਾ, ਫਿਰ ਉਹ ਕਹੇ ਤੁਸੀਂ ਜਾਗਰੂਕ ਕਰੋ ਇਹ ਖਾਣਾ ਖਾਣਾ ਕਿਵੇਂ ਹੈ। ਸਮਾਂ ਡਾਕਟਰ ਸਾਹਿਬ ਬਹੁਤ ਹੋ ਗਿਆ, ਹੁਣ ਇਹਨਾਂ ਸ਼ੋਰਟ ਦੇ ਵਿੱਚ ਸਾਡੇ ਕੋਲ ਸਵਾਲ ਉਹਨਾਂ ਦੇ ਜਵਾਬ ਦਿਓ ਸ਼ੋਰਟ ਦੇ ਵਿੱਚ। ਇੱਕ ਤਾਂ ਇਸ ਬਿਮਾਰੀ ਤੋਂ ਬਚਣ ਲਈ ਕੀ ਪਰਹੇਜ਼ ਕਰੇ ਜਾ ਸਕਦੇ ਆ ਤੇ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ? ਤਾਂ ਸਭ ਤੋਂ ਪਹਿਲੀ ਗੱਲ ਤਾਂ ਇੱਕੋ ਹੀ ਹੈ ਵੀ ਸੋਸ਼ਲ ਡਿਸਟੈਂਸਿੰਗ, ਘੱਟੋ ਘੱਟ 2 ਮੀਟਰ ਦਾ ਫਾਸਲਾ, ਮਤਲਬ 5-6 ਫੁੱਟ ਦਾ ਫਾਸਲਾ। ਨੰਬਰ 2 ਮਾਸਕ। ਨੰਬਰ 3 ਆਪਣੇ ਹੱਥਾਂ ਨੂੰ ਬਾਰ-ਬਾਰ ਸਾਫ਼ ਕਰਨਾ। ਨੰਬਰ 4 ਆਮੋ ਸਾਹਮਣੇ ਖੜ ਕੇ ਸਿੱਧੀ ਗੱਲ ਨਾ ਕਰੋ, ਸਾਈਡ ਵਾਈਜ਼ ਹੋ ਕੇ ਗੱਲ ਕਰੋ। ਖਾਣਾ ਉਹ ਕਰੋ। ਜਿੱਥੇ ਵੀ ਤੁਸੀਂ ਜਾਣਾ ਹੈ ਤੁਸੀਂ ਮਾਸਕ ਪਾਏ ਬਿਨਾਂ ਬਿਲਕੁਲ ਨਹੀਂ ਜਾਣਾ। ਹਲਕਾ ਜਿਹਾ ਵੀ ਖਾਂਸੀ ਬੁਖਾਰ ਹੋਣ ਵਾਲੇ ਬੰਦੇ ਨੂੰ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ। ਇੱਕ ਪਿੱਛੇ ਜਿਹੇ ਇੱਕ ਸਿਸਟਮ ਆਇਆ ਸੀਗਾ ਵੀ ਜੇ ਮਰੀਜ਼ ਦੇ ਮਾਸਕ ਨਹੀਂ ਪਾਇਆ ਹੋਇਆ, ਤੁਹਾਡੇ ਵੀ ਮਾਸਕ ਨਹੀਂ ਪਾਇਆ ਹੋਇਆ ਤਾਂ 100% ਇਨਫੈਕਸ਼ਨ ਹੈ। ਮਰੀਜ਼ ਦੇ ਮਾਸਕ ਨਹੀਂ ਪਾਇਆ ਹੋਇਆ, ਤੁਹਾਡੇ ਪਾਇਆ ਹੋਇਆ 80% ਇਨਫੈਕਸ਼ਨ ਹੈ। ਇੱਧਰ ਵੀ ਪਾਇਆ ਹੋਇਆ, ਇੱਧਰ ਵੀ ਪਾਇਆ ਹੋਇਆ ਤਾਂ ਉੱਥੇ 0% ਇਨਫੈਕਸ਼ਨ ਹੈ। ਜਦੋਂ ਤੁਸੀਂ ਮਰੀਜ਼ ਨੂੰ, ਜਿਹੜਾ ਬੰਦਾ ਵੀ ਮਰੀਜ਼ ਹੋ ਗਿਆ, ਉਹ ਆਪਣੀ ਜ਼ਿੰਮੇਵਾਰੀ ਸਮਝੇ ਕਿ ਅੱਜ ਜੇ ਮੈਂ ਲੋਕਾਂ ਤੱਕ ਬਿਮਾਰੀ ਲਗਾਤੀ ਤਾਂ ਕੱਲ੍ਹ ਨੂੰ ਮੁੜ ਕੇ ਮੇਰੇ ਬੱਚੇ ਤੱਕ ਵੀ ਆਊਗੀ, ਮੇਰੀ ਮਾਂ ਤੱਕ ਵੀ ਜਾਊਗੀ, ਮੇਰੇ ਬਾਪ ਤੱਕ ਵੀ ਜਾਊਗੀ। ਇੱਕ ਸੋਸ਼ਲ ਰਿਸਪੌਂਸਿਬਿਲਿਟੀ, ਜ਼ਿੰਮੇਵਾਰੀ। ਔਰ ਜਦੋਂ ਵੀ ਕਿਤੇ ਕੰਮਕਾਰ ਕਰਨਾ, ਬੱਸ ਜਾਣਾ, ਕਿਸੇ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰਨਾ, ਕੋਸ਼ਿਸ਼ ਕਰੋ ਕਿਤੇ ਹੱਥ ਨਾ ਲਗਾਏ ਜਾਣ। ਹੱਥ ਲੱਗੇ ਨੇ, ਸੈਨੀਟਾਈਜ਼ਰ ਤੁਹਾਡੇ ਕੋਲੇ ਹੋਣਾ ਚਾਹੀਦਾ, ਜਾਂ ਨੇੜੇ ਦੇ ਕਿਸੇ ਜਗ੍ਹਾ 'ਤੇ ਜਾ ਕੇ ਆਪਣੇ ਹੱਥ ਵਾਸ਼ ਕਰੋ। ਔਰ ਪਬਲਿਕ ਮੀਟਿੰਗ ਨੂੰ ਅਵੋਇਡ ਕਰੋ, ਲੋਕਾਂ ਦੇ ਇਕੱਠ ਨੂੰ ਅਵੋਇਡ ਕਰੋ। ਜਿਹੜੇ ਭੋਗ ਨੇ, ਵਿਆਹ ਨੇ, ਉਹਨਾਂ ਨੂੰ ਜਾਣਾ ਉੱਤੇ ਅਵੋਇਡ ਕਰੋ। ਔਰ ਜਿਹੜੇ ਹੈਗੇ ਨੇ, ਜਿਹਨਾਂ ਲੋਕਾਂ ਨੂੰ ਤੁਸੀਂ ਨਹੀਂ ਜਾਣਦੇ, ਉਹਨਾਂ ਨੂੰ ਆਪਣੇ ਘਰ ਬੁਲਾਉਣਾ ਜਾਂ ਉਹਨਾਂ ਦੇ ਕਿਸੇ ਦੇ ਘਰ ਜਾਣਾ, ਉਸ ਚੀਜ਼ਾਂ ਨੂੰ ਅਵੋਇਡ ਕਰੋ। ਚਲਦੇ ਚਲਦੇ ਲੋਕ ਕੀ ਕਰਦੇ ਨੇ, ਮੈਂ ਆਇਆ ਸੀ ਇੱਥੇ, ਇਸ ਹਾਲਾਤ ਵਿੱਚ ਵੀ ਮੈਨੂੰ ਮੇਰੇ ਰਿਸ਼ਤੇਦਾਰ ਮਿਲਣ ਲਈ ਆ ਜਾਂਦੇ ਨੇ, ਤਾਂ ਮੈਨੂੰ ਆਹੀ ਕਹਿੰਦੇ ਨੇ ਜੀ ਮਾਤਾ ਜੀ ਨੂੰ ਮਿਲਣਾ ਸੀ। ਮੈਂ ਕਹਿੰਦਾ ਜੀ ਸੌਰੀ, ਨਹੀਂ ਮਿਲ ਸਕਦੇ, ਰਿਸ਼ਤੇਦਾਰੀ ਹੈ, ਸਭ ਕੁਛ ਹੈ, ਪਰ ਹੁਣ ਦੇ ਹਾਲਾਤ ਦੇ ਮੁਤਾਬਕ ਤੁਸੀਂ ਨਹੀਂ ਮਿਲ ਸਕਦੇ। ਜੇ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਾਂਗੇ,
ਜੇ ਕਿਸੇ ਨੂੰ ਹਲਕਾ ਜਿਹਾ ਵੀ ਖਾਂਸੀ ਹੈ, ਬੁਖਾਰ ਹੈ, ਗਲਾ ਖਰਾਬ ਹੈ, ਸਾਹ ਲੈਣ ਤਕਲੀਫ ਹੋ ਰਹੀ ਹੈ, ਪਲੀਜ਼ ਭੱਜੋ ਨਾ, ਟੈਸਟ ਕਰਵਾਓ, ਹਸਪੀਟਲ ਜਾਓ। ਤੁਸੀਂ ਜਾ ਕੇ ਇਕੱਲੇ ਆਪਣਾ ਨਹੀਂ, ਆਪਣੇ ਪਰਿਵਾਰ ਨੂੰ ਬਚਾ ਰਹੇ ਹੋ। ਟੈਸਟ ਕਰਵਾਉਣ ਦੀ ਕੁਰਬਾਨੀ ਦੇ ਕੇ ਤੁਸੀਂ ਆਪਣੇ ਪਰਿਵਾਰ ਤੇ ਆਸਾਨ ਕਰ ਰਹੇ ਹੋ। डॉक्टर साहब जिस तरह सोशल मीडिया से भी फैलियां हम भी सुनते हैं भी काढ़ा पियो, गर्म पानी पियो, तुलसी के पत्ते खाओ, कि इस तरह के जो घरेलू उपचार है ये भी कोई बिल्कुल जी बहुत इफेक्टिव ने। देखो मैं एलोपैथी डॉक्टर हाँ, मैं कहा कि एलोपैथी ही रब है, ऐसा कुछ नहीं है। सारिया पैथी सारिया पद्धति बहुत इंपॉर्टेंट ने। आयुर्वेद भी, होम्योपैथी भी, सारिया की अपनी अपनी वैल्यू है। और तुलसी का जो दस रहे हो काढ़ा है, तुलसी पा के कोई मलट्ठी वाला लैके जिस तरह लोग वो लैते बनाते हैं, मैनू उन्नी नॉलेज नहीं है, पर वो वाकई इफेक्टिविटी है, ये कोई शक नहीं है। प्लीज़ उन्होंने पीते रहो, गरम चाह या गर्म कॉफ़ी या कुछ चीज़ वो भी लेते रहो। और स्टीम लैनी बहुत जरूरी है। रब का वास्ता तुसी सिंपल स्टीम गर्म पानी करके भाप सुंघनी है, वो लो, गर्म पानी के नक पा के गरारे करो। और जे तुहानू हल्का जिहा बुखार हो रहा है, डॉक्टर की सलाह लो, और तोरा फेरा बिल्कुल बंद कर देना चाहिए, कंप्लीट रेस्ट करना चाहिए। गर्म नमक के गरारे और स्टीम प्लस दवाइयाँ प्लस काढ़ा जो भी तुसी करो, ताकि अपना साह जिहड़ा हैगा वो नॉर्मल आता रहे। बार बार चेक करते रहो, टैंपरेचर चेक करते रहो। और तुहानू लगे जी तुहानू साह लैन दिक्कत आ रही है, 10 सैकंड तक जो तुसी साह रोकण च कामयाब नहीं हो रहे, तो इमीडिएटली डॉक्टर को जाना। जे तुसी 40 सैकंड तक 35-40 सैकंड तक साह रोक सकते हो, दैट मीनस तुहानू हाले तक इन्फेक्शन नहीं है। सब तो पहला सिम्पटम यही शुरू होता है कि साह जल्दी आना शुरू हो जाता है, तुसी 10 सैकंड तक साह रोक नहीं सकते। ये सी डॉक्टर कुलविंदर सिंह मान जी, जिन्होंने सानू कोरोना संबंधी बहुत ही विस्तारपूर्वक दसिया, सोशल मीडिया से पहले अफवाहों तो बचने की कहा, घरेलू इलाज बारे दसिया। तो असी भी अपने चैनल के माध्यम राही थोड़ा बेनती करते हैं भी डॉक्टर साहब वालों दसिया सावधानियां वरतो, तो जोड़े परहेज दसे है वो करो, तो घरेलू इलाज की वरतों करो। नहीं तो ਜਿਹੜੀਆਂ ਇਹ अफवाह मगर आप लग रहे हैं ਜਾਂ कोरोना ਨੂੰ ਆਪਾਂ मजाक च लै रहे हैं, ਇਹ ਜਿਹੜੀ ਲਾਪਰਵਾਹੀ ਵਰਤੀ ਜਾਊ, ਇਹ ਜਿਹੜਾ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਊਗਾ, ਇਹ ਲਾਪਰਵਾਹੀ ਮੁੱਖ ਵਜ੍ਹਾ। ਤਾਂ ਫਿਰ ਅਗਲੇ ਐਪੀਸੋਡ 'ਚ ਤੁਹਾਨੂੰ ਫੇਰ ਮਿਲਾਂਗੇ। ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ।